ਰਸਨਾ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਿ ਗੁਰ ਕੀ ਜੋ ਨਿਕਟ ਗਿਰ ਇਸ ਤੇ ਊਰਦ ਥਾਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿੱਥੇ ਬੈਠੇ ਨੇ ਪਹਾੜ ਦੀ ਥੱਲੇ ਜੜ ਸੀ। ਗੁਰਦੇਵ ਦੇ ਨਾਲ ਇੱਕ ਉੱਚਾ ਪਹਾੜ ਹੈ। ਮਰਦਾਨਾ ਦੇਖਤ ਪਇਓ ਨਿਕਸੀ ਮਾਨੋ ਪ੍ਰਾਨ। ਭਾਈ ਮਰਦਾਨਾ ਜੀ ਦੀ ਉਸ ਪਾਸੇ ਨਿਗਾਹ ਪਈ, ਵੇਖਦਿਆਂ ਮਾਨੋ ਜਿਵੇਂ ਪ੍ਰਾਣ ਨਿਕਲ ਗਏ ਹੁਣ ਏਦਾਂ ਚਿਹਰਾ ਪੀਲਾ ਪੈ ਗਿਆ। ਅਚਾਨਕ ਕੁਝ ਦਿਸਿਆ ਭਾਈ ਮਰਦਾਨੇ ਨੂੰ, ਇੱਕਦਮ ਚਿਹਰਾ ਪੀਲਾ ਪੈ ਗਿਆ ਤੇ ਡਰ ਕੇ ਛਹਿ ਗਏ। ਏਦਾਂ ਜਾਪਦਾ ਜਿਵੇਂ ਮਾਨੋ ਸਰੀਰ ਚੋਂ ਪ੍ਰਾਣ ਨਿਕਲਣ ਲੱਗੇ ਹਨ। ਜੋ ਪਈ ਪੀਤ ਪਇਓ ਕੰਪਤ ਸਰਬੰਗਾ। ਭਾਈ ਸਾਹਿਬ ਜੀ ਦਾ ਚਿਹਰਾ ਬਿਲਕੁਲ ਪੀਲਾ ਪੈ ਗਿਆ, ਸਰੀਰ ਦੇ ਅੰਗ ਕੰਬਣ ਲੱਗੇ ਹਨ। ਮੁਖ ਤੇ ਬੋਲ ਨ ਸਕੇ ਨਿਸੰਗਾ। ਔਰ ਮੁਖ ਤੋਂ ਬੋਲਿਆ ਵੀ ਨਹੀਂ ਜਾ ਰਿਹਾ, ਇੰਨਾ ਜ਼ਿਆਦਾ ਡਰੇ ਤੇ ਭੈ ਭੀਤ ਹੋਏ। ਮਾਰੇ ਕੁਥਾਏ ਆਏ ਕਰ ਅਬਈ। ਸੋਚਦੇ ਆ ਵੀ ਬਸ ਮਾੜੇ ਥਾਂ ਤੇ ਕੁਥਾਏ ਆ ਕੇ ਮਰਨ ਲੱਗੇ ਆ। ਇਹ ਕੁਥਾਂ ਪਤਾ ਨਹੀਂ ਕਿਹੜੀ ਥਾਂ ਹੈ, ਕਿਹੜਾ ਨਗਰ ਹੈ, ਕਿਹੜਾ ਸ਼ਹਿਰ ਹੈ, ਕੋਈ ਪਤਾ ਹੀ ਨਹੀਂ, ਬੀਆਬਾਨ ਉਜਾੜ ਹੈ। ਇਹੋ ਜਿਹੇ ਕੁਥਾਏ ਆ ਕੇ ਮਰਨ ਲੱਗੇ ਹਾਂ। ਜੀਵਨ ਹੋਏ ਹਮਾਰ ਨ ਕਬਈ। ਹੁਣ ਨਹੀਂ ਇੱਥੇ ਜੀਵਨ ਹੋ ਸਕਦਾ। ਭਾਈ ਮਰਦਾਨਾ ਜੀ ਸੋਚਦੇ ਹੁਣ ਨਹੀਂ ਇੱਥੇ ਲੰਮਾ ਜੀਵਨ ਆਸ ਕਰ ਸਕਦੇ। ਦੋਹਰਾ ਕਰਕੇ ਸੰਗ ਬਤਾਵਈ ਕਰੋ ਉਪਾਵ ਜੇ ਕੋਈ। ਹੱਥ ਨਾਲ ਇਸ਼ਾਰਾ ਕਰਕੇ ਮਹਾਰਾਜ ਜੀ ਨੂੰ ਵਿਖਾਉਂਦੇ ਆ, ਮਹਾਰਾਜ ਉਧਰ ਵੇਖੋ, ਜੇ ਕੋਈ ਉਪਾਅ ਹੁੰਦਾ ਕਰ ਲੋ। ਹੱਥ ਨਾਲ ਇਸ਼ਾਰਾ ਕਰਕੇ ਨਾ ਭਾਈ ਮਰਦਾਨਾ ਜੀ ਜਿੱਧਰੋਂ ਆ ਰਹੇ ਸੀ ਰਾਖਸ਼ ਦੇਵਲੂਤ ਤੇ ਉਹਦੀ ਸੈਨਾ ਆ ਰਹੀ ਸੀ, ਉਸ ਪਾਸੇ ਇਸ਼ਾਰਾ ਕਰਕੇ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਉਧਰ ਵੇਖੋ, ਜੇ ਕੋਈ ਉਪਾਅ ਹੁੰਦਾ ਤਾਂ ਕਰ ਲਵੋ। ਰਾਖਸ਼ ਖੈ ਹੈ ਆਨ ਕਰ ਨਿਸ਼ਚੇ ਮ੍ਰਿਤਿਉ ਅਬ ਹੋਏ। ਇਹ ਰਾਖਸ਼ ਆ ਗਏ ਨੇ, ਹੁਣ ਖਾ ਜਾਣਗੇ, ਹੁਣ ਅਵਸ਼ ਮੌਤ ਹੋਵੇਗੀ, ਹੁਣ ਤਾਂ ਨਿਸ਼ਚੈ ਹੀ ਮ੍ਰਿਤੂ ਹੋਵੇਗੀ। ਮਾਨੋ ਇਹ ਮੌਤ ਹੀ ਹੈ ਜਿਹੜੀ ਨੇੜੇ ਆ ਰਹੀ ਹੈ। ਜੋ ਪਈ ਜਿਉਂ ਜਿਉਂ ਰਾਖਸ਼ ਟਿਗ ਚੱਲ ਆਵੇ। ਜਿਵੇਂ ਜਿਵੇਂ ਉਹ ਰਾਖਸ਼ਾਂ ਦਾ ਟੋਲਾ ਸਤਿਗੁਰੂ ਜੀ ਦੇ ਨੇੜੇ ਭਾਈ ਮਰਦਾਨਾ ਜੀ ਦੇ ਨੇੜੇ ਆ ਰਿਹਾ ਹੈ, ਤਿਉ ਮਰਦਾਨਾ ਸੁਖ ਚਿਉ ਜਾਵੇ। ਤਿਵੇਂ ਤਿਵੇਂ ਭਾਈ ਮਰਦਾਨਾ ਜੀ ਹੋਰ ਜ਼ਿਆਦਾ ਸੁਖਤੀ ਜਾਂਦੇ, ਡਰੀ ਜਾਂਦੇ ਹਨ। ਭਾਗਨ ਚਾਹੇ ਨਾ ਉੱਠ ਤਬ ਸਕਈ। ਮਨ ਕਰਦਾ ਵੀ ਭੱਜ ਜਾਵਾਂ ਪਰ ਉੱਠ ਨਹੀਂ ਸਕਦੇ, ਸਰੀਰ 'ਚ ਬਲ ਹੀ ਨਹੀਂ ਪੈਂਦਾ ਭੱਜਣ ਵਾਸਤੇ। ਹਮਨੇ ਦੇਖੇ ਇਤੇ ਉਤ ਤਕਈ। ਔਰ ਇੱਧਰ ਉੱਧਰ ਵੇਖਦੇ ਆ, ਥੱਲੇ ਨੂੰ ਸੀਸ ਝੁਕਾਉਂਦੇ ਆ ਵੀ ਕਿਤੇ ਰਾਖਸ਼ਾਂ ਦੀ ਨਿਗਾਹ ਸਾਡੇ ਤੇ ਨਾ ਪੈ ਜਾਏ, ਇਹ ਕਿਤੇ ਸਾਨੂੰ ਨਾ ਵੇਖ ਲੈਣ। ਇਸ ਬਿਦ ਦੇਖਿਓ ਦਇਆ ਆਵਾਸਾ। ਦਇਆ ਦੇ ਮਾਲਕ, ਦਇਆ ਦੇ ਘਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਵੇਖਿਆ, ਭੈ ਖੰਡਨ ਇਤ ਬਚਨ ਪ੍ਰਕਾਸ਼ਾ। ਵੇਖਿਆ ਕਿ ਭਾਈ ਮਰਦਾਨਾ ਜੀ ਡਰੇ ਹੋਏ ਨੇ, ਆਪਣੇ ਸੇਵਕ ਦਾ ਭੈ ਦੂਰ ਕਰਨ ਵਾਸਤੇ, ਕਿਉਂਕਿ ਸਤਿਗੁਰੂ ਜੀ ਆਪਣੇ ਸੇਵਕਾਂ ਅੰਦਰ ਭੈ ਨਹੀਂ ਰਹਿਣ ਦਿੰਦੇ, ਆਪਣੇ ਸੇਵਕਾਂ ਦਾ ਭੈ ਨਿਵਾਰ ਦਿੰਦੇ ਹਨ। ਗਰੀਬ ਨਵਾਜ ਪਾਤਸ਼ਾਹ ਨੇ ਆਪਣੇ ਸੇਵਕ ਭਾਈ ਮਰਦਾਨੇ ਦਾ ਡਰ ਦੂਰ ਕਰਨ ਵਾਸਤੇ ਬੋਲੇ, ਮਰਦਾਨੇ ਉਰ ਧੀਰਜ ਧਰਿਏ। ਆਖਿਆ ਭਾਈ ਮਰਦਾਨਾ ਜੀ ਹੌਸਲਾ ਕਰੋ, ਧੀਰਜ ਰੱਖੋ ਹਿਰਦੇ ਵਿੱਚ, ਏਦਾਂ ਧੀਰਜ ਨੂੰ ਡਾਵਾਂ ਡੋਲ ਕਿਉਂ ਕਰਦੇ ਹੋ। ਸ਼੍ਰੀ ਪ੍ਰਭ ਕੋ ਮੁਖ ਨਾਮ ਉਚਰੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਰਦਾਨਿਆ ਰੱਬ ਦਾ ਨਾਮ ਲੈ, ਪਰਮੇਸ਼ਰ ਦਾ ਨਾਮ ਉਚਰ, ਆਪਣੀ ਰਸਨਾ ਤੋਂ ਕਹਿ ਸਤਨਾਮ ਸ੍ਰੀ ਵਾਹਿਗੁਰੂ। ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਉਚਾਰਨਾ ਕਰ। ਨਿਰਭੈ ਹੋਏ ਕਰ ਦੇਖ ਤਮਾਸ਼ਾ। ਔਰ ਨਿਰਭਉ ਹੋ ਕੇ ਪਰਮੇਸ਼ਰ ਦਾ ਕਰਤਾਰ ਦਾ ਇਹ ਤਮਾਸ਼ਾ ਵੇਖ ਜਿਹਨੇ ਰਚਿਆ। ਨਿਰਭਉ ਹੋ ਕੇ, ਨਿਰਖੌਫ ਹੋ ਕੇ ਪਰਮੇਸ਼ਰ ਦਾ ਤਮਾਸ਼ਾ ਵੇਖ। ਖਾਲਸਾ ਜੀ ਜਦੋਂ ਦ੍ਰਿਸ਼ਟਾ ਬਣ ਜਾਈਏ ਨਾ, ਇਹ ਸੰਸਾਰ ਨੂੰ ਤਮਾਸ਼ਾ ਰੂਪ ਕਰਕੇ ਵੇਖੀਏ ਤੇ ਫਿਰ ਕਿਸੇ ਵੀ ਪ੍ਰਕਾਰ ਦਾ ਭੈ ਨਹੀਂ ਰਹਿੰਦਾ। ਪਰ ਜਦੋਂ ਤਮਾਸ਼ੇ ਦੇ ਵਿੱਚ ਖਚਤ ਹੋ ਜਾਈਏ ਫਿਰ ਡਰ ਵੀ ਬਣਿਆ ਰਹਿੰਦਾ। ਅਸੀਂ ਕੋਈ ਫਿਲਮ ਵੇਖਦੇ ਹੋਈਏ ਟੀਵੀ ਤੇ,
ਪਤਾ ਹੈ ਕਿ ਉਹਦੇ ਵਿੱਚ ਸਭ ਕੁਝ ਝੂਠ ਚੱਲ ਰਿਹਾ ਹੈ, ਫਿਰ ਵੀ ਜਦੋਂ ਉੱਥੇ ਕਿਸੇ ਪ੍ਰਕਾਰ ਨਾਲ ਕੋਈ ਮਾਰਨ ਲੱਗਦਾ ਹੈ ਵਿੱਚ ਕਿਸੇ ਨੂੰ, ਬਾਹਰ ਬੈਠੇ ਡਰੀ ਜਾਂਦੇ ਹਨ, ਭੈ ਭੀਤ ਹੋਈ ਜਾਂਦੇ ਹਨ, ਕਿਤੇ ਮਾਰ ਨਾ ਦੇਵੇ ਇਹਨੂੰ। ਤੇ ਕਈ ਤਾਂ ਰੋਣ ਵੀ ਲੱਗ ਪੈਂਦੇ, ਘਾੜਨ ਵੀ ਲੱਗ ਪੈਂਦੇ। ਉਹਨਾਂ ਨੂੰ ਇਉਂ ਪ੍ਰਤੀਤ ਹੁੰਦਾ ਵੀ ਇਹ ਸਭ ਕੁਝ ਸੱਚ ਹੈ। ਇਸੇ ਤਰ੍ਹਾਂ ਇਹ ਜਗਤ ਦਾ ਤਮਾਸ਼ਾ ਹੈ ਗੁਰੂ ਖਾਲਸਾ ਜੀ। ਇਹਦੇ ਵਿੱਚ ਸਾਡੀ ਸੁਰਤ ਇੰਨੀ ਜ਼ਿਆਦਾ ਖਚਤ ਹੋ ਜਾਂਦੀ ਹੈ, ਇੰਨਾ ਜ਼ਿਆਦਾ ਮਿਲ ਜਾਂਦੇ ਆ, ਇਉਂ ਪ੍ਰਤੀਤ ਹੁੰਦਾ ਵੀ ਇਹ ਸਭ ਕੁਝ ਸੱਚ ਹੈ। ਇਸੇ ਕਰਕੇ ਹਿਰਦਾ ਭੈ ਭੀਤ ਹੁੰਦਾ, ਸੁਖੀ ਦੁਖੀ ਹੁੰਦਾ ਹੈ। ਜਦੋਂ ਇਹਦੇ ਤੋਂ ਨਿਰਾਲੇ ਹੋ ਕੇ ਇਸ ਨੂੰ ਤਮਾਸ਼ੇ ਰੂਪ ਵਿੱਚ ਵੇਖੀਏ, ਦ੍ਰਿਸ਼ਟਾ ਬਣ ਕੇ ਵੀ ਇਹ ਸਭ ਕੁਝ ਝੂਠ ਹੈ, ਕਲਪਨਾ ਹੈ, ਸੱਚ ਨਹੀਂ ਹੈ, ਫਿਰ ਕਿਸੇ ਪ੍ਰਕਾਰ ਦਾ ਨਾ ਦੁੱਖ ਹੈ ਨਾ ਸੁੱਖ ਹੈ। ਫਿਰ ਜਿਵੇਂ ਕਿਵੇਂ ਉਹ ਫਿਲਮ ਵਿੱਚ ਕੋਈ ਮਰ ਰਿਹਾ ਹੋਵੇ, ਜੰਮ ਰਿਹਾ ਹੋਵੇ, ਉਹ ਫਿਰ ਇਉਂ ਪ੍ਰਤੀਤ ਹੁੰਦਾ ਵੀ ਇਹ ਤਮਾਸ਼ਾ ਹੀ ਹੈ, ਇੱਥੇ ਨਾ ਕਿਸੇ ਜੰਮੇ ਦੀ ਖੁਸ਼ੀ ਨਾ ਮਰੇ ਦਾ ਗਮ, ਇਉਂ ਪ੍ਰਤੀਤ ਹੋਣ ਲੱਗ ਪੈਂਦਾ। ਮਹਾਰਾਜ ਜੀ ਕਹਿੰਦੇ ਮਰਦਾਨਿਆਂ ਇਹ ਤਮਾਸ਼ਾ ਹੈ ਵੇਖ ਕਰਤਾਰ ਦਾ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੀ ਪਵਿੱਤਰ ਅੰਮ੍ਰਿਤਮਈ ਬਾਣੀ ਬਚਿੱਤਰ ਨਾਟਕ ਵਿੱਚ ਬਚਨ ਫਰਮਾਉਂਦੇ ਹਨ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇਹ ਜਗਤ ਤਮਾਸ਼ਾ ਹੈ, ਮੈਂ ਤਮਾਸ਼ਾ ਵੇਖਣ ਵਾਸਤੇ ਆਇਆ। ਇਹਦੇ ਤੋਂ ਨਿਰਾਲੇ ਹੋ ਕੇ, ਵੱਖਰੇ ਹੋ ਕੇ ਭਾਈ ਮਰਦਾਨਾ ਜੀ ਇਸ ਜਗਤ ਦੇ ਤਮਾਸ਼ੇ ਨੂੰ ਵੇਖੋ। ਯੋਂ ਕਹਿ ਤੂਸ਼ਨ ਪੀ ਸੁਖ ਰਾਸਾ, ਇਉਂ ਕਹਿ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਚੁੱਪ ਕਰ ਗਏ। ਸੁੱਖਾਂ ਦੇ ਦਾਤੇ ਨੇ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਇਉਂ ਕਹਿ ਕੇ ਸਤਿਗੁਰੂ ਜੀ ਚੁੱਪ ਕਰ ਗਏ। ਤਿਨ ਮੈਂ ਹੁਤੋ ਜੋ ਰਾਖਸ਼ ਰਾਉ, ਉਹ ਜਿਹੜੇ ਰਾਖਸ਼ ਆਏ ਨੇ ਗੁਰੂ ਖਾਲਸਾ ਜੀ, ਉਹਨਾਂ ਰਾਖਸ਼ਾਂ ਦੇ ਵਿੱਚ ਉਹਨਾਂ ਰਾਖਸ਼ਾਂ ਦਾ ਰਾਜਾ ਵੀ ਹੈ। ਹਮਕੋ ਦੇਖ ਪਇਓ ਹਰ ਖਾਉ, ਭਾਈ ਬਾਲਾ ਜੀ ਕਹਿੰਦੇ ਜਦੋਂ ਉਹਨੇ ਸਾਨੂੰ ਵੇਖਿਆ ਨਾ ਬੈਠਿਆਂ, ਵੇਖ ਕੇ ਬੜਾ ਖੁਸ਼ ਹੋਇਆ, ਖਿੜਖੜਾ ਕੇ ਹੱਸਣ ਲੱਗ ਪਿਆ। ਰਾਖਸ਼ ਤਾਂ ਕਿਹਾ, ਉਹਨਾਂ ਨੂੰ ਹੈਣ ਤਾਂ ਉਹ ਵੀ ਬੰਦੇ ਹੀ ਸੀ। ਰਾਖਸ਼ ਤੇ ਦੇਵਤੇ ਦਾ ਕੀ ਫਰਕ ਹੈ? ਕਲਗੀਧਰ ਨੇ ਬਚਨ ਲਿਖੇ। ਮਹਾਰਾਜ ਜੀ ਕਹਿੰਦੇ ਕੁਕਰਤ ਕਰਮ ਜੋ ਜਗ ਮੈਂ ਕਰਹੀ, ਨਾਮ ਅਸੁਰ ਤਾਤੇ ਜਗ ਧਰਹੀ। ਜਿਹੜੇ ਮਾੜੇ ਕੰਮ ਕਰਦੇ ਆ, ਭੈੜੇ ਕੰਮ ਕਰਦੇ ਆ, ਉਹ ਇਸ ਜਗਤ ਦੇ ਵਿੱਚ ਰਾਖਸ਼ ਨੇ। ਤੇ ਜਿਹੜੇ ਸਾਧ ਕਰਮ ਕਰਦੇ ਆ, ਸ਼ੁਭ ਕਰਮ ਕਰਦੇ ਆ, ਚੰਗੇ ਕਰਮ ਕਰਦੇ ਆ, ਉਹ ਦੇਵ। ਹੁਣ ਇਹ ਰਾਖਸ਼ਾਂ ਵਾਲੇ ਕੰਮ ਕਰਦੇ ਸੀ, ਬੰਦਿਆਂ ਨੂੰ ਮਾਰ ਕੇ ਖਾਂਦੇ ਸੀ, ਭੈੜੀਆਂ ਬਿਰਤੀਆਂ ਸਨ ਇਹਨਾਂ ਦੀਆਂ। ਮਾਸਾਹਾਰੀ ਬਿਰਤੀ, ਮਾਸ ਹੀ ਪੱਕਣਾ, ਉਹ ਵੀ ਬੰਦਿਆਂ ਦਾ ਮਾਸ ਖਾ ਜਾਣ ਵਾਲੇ ਸਨ। ਉਹ ਇਦਾਂ ਦੀ ਬਿਰਤੀ ਵਾਲੇ ਲੋਕ ਸਨ, ਇਸ ਕਰਕੇ ਇਹਨਾਂ ਨੂੰ ਰਾਖਸ਼ ਲਿਖਿਆ ਇੱਥੇ ਜਨਮ ਸਾਖੀ। ਉਹਨਾਂ ਰਾਖਸ਼ਾਂ ਵਿੱਚ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਰਾਜਾ ਸੀ ਦੇਵਲੂਤ, ਉਹਦਾ ਨਾਂ ਹੈ। ਉਹਨੇ ਜਦੋਂ ਭਾਈ ਬਾਲਾ ਜੀ ਕਹਿੰਦੇ ਸਾਨੂੰ ਵੇਖਿਆ ਤੇ ਵੇਖ ਕੇ ਬੜਾ ਖੁਸ਼ ਹੋਇਆ, ਆਪਣੇ ਨਾਲ ਦੇ ਨੌਕਰਾਂ ਨੂੰ, ਸਿਪਾਹੀਆਂ ਨੂੰ ਕਹਿਣ ਲੱਗਾ, ਨਿਜ ਸੈਨਾ ਸੰਗ ਬੋਲਿਓ ਬਾਣੀ, ਆਪਣੀ ਸੈਨਾ ਨਾਲ ਬੋਲਿਆ, ਕਹਿੰਦਾ ਹੈ ਹਿੰਸਾ ਮੈਂ ਜੈ ਚਾਹੇ ਮਹਾਨੀ। ਉਹਦੀ ਹਿੰਸਾ ਵਿੱਚ ਮੱਤ ਲੱਗੀ, ਬਸ ਵੀ ਮਾਰ ਦੇਣੇ ਨੇ ਬੰਦੇ, ਮਿਲ ਗਏ ਸਾਨੂੰ, ਸ਼ਿਕਾਰ ਮਿਲ ਗਿਆ, ਹੁਣ ਹੋਰ ਕੋਈ ਸ਼ਿਕਾਰ ਲੱਭਣ ਦੀ ਲੋੜ ਨਹੀਂ। ਜਿਹਦੀ ਹਿੰਸਾ ਦੇ ਵਿੱਚ ਮਤ ਲੰਪਟ ਹੋ ਰਹੀ ਸੀ, ਚਿਰੰਕਾਲ ਮੈਂ ਭਲੋ ਸ਼ਿਕਾਰਾ, ਚਿਰੰਕਾਲ ਬਾਅਦ ਕਹਿੰਦੇ ਅੱਜ ਭਲਾ ਸ਼ਿਕਾਰ ਮਿਲਿਆ, ਬੰਦਿਆਂ ਦਾ ਮਾਸ ਮਿਲੇਗਾ ਖਾਣ ਨੂੰ। ਔਰ ਰਾਖਸ਼ ਕਹਿ ਰਿਹਾ, ਕਹਿੰਦਾ ਬੜੇ ਲੰਮੇ ਸਮੇਂ ਬਾਅਦ ਅੱਜ ਸਾਨੂੰ ਚੰਗਾ ਸ਼ਿਕਾਰ ਮਿਲਿਆ, ਇਹਨਾਂ ਦਾ ਮਾਸ ਭਖਾਂਗੇ। ਹਾਂਜੀ, ਮਾਨੁਕ ਆਮਿਕ ਬਨਾ ਆਹਾਰਾ, ਅੱਜ ਬੰਦਿਆਂ ਦਾ ਮਾਸ ਜਿਹੜਾ ਸਾਡਾ ਭੋਜਨ ਬਣੇਗਾ। ਅੱਜ ਤਾਂ ਕਮਾਲ ਹੋ ਗਈ, ਅੱਜ ਤਾਂ ਸਾਡੀ ਰੀਝ ਪੂਰੀ ਹੋ ਗਈ। ਗਿਰ ਕੇ ਧਰਤੀ ਨੋ ਨਰ ਬੈਸੇ, ਇਹਦਾ ਉਹ ਵੇਖੋ ਪਹਾੜ ਦੇ ਥੱਲੇ 3 ਬੰਦੇ ਬੈਠੇ ਹਨ, ਵਿਦੇਸ਼ੀ ਜਾਪਦੇ ਨੇ। ਜਾਏ ਗਹੋ ਭਾਗੇ ਨੇ ਜੈਸੇ, ਸਿਪਾਹੀਆਂ ਨੂੰ ਆਖਿਆ ਜਾਓ ਭੱਜ ਕੇ ਫੜੋ ਇਹਨਾਂ ਤਿੰਨਾਂ ਨੂੰ, ਭੱਜ ਨਾ ਜਾਣ ਕਿਸੇ ਤਰੀਕੇ, ਇਹੋ ਤਰੀਕੇ ਨਾਲ ਜਾ ਕੇ ਫੜੋ। ਸੁਨ ਕਰ ਨਿਜ ਭੂਪਤ ਕੇ ਬੈਨਾ, ਆਪਣੇ ਰਾਜੇ ਦੀਆਂ ਗੱਲਾਂ ਜਦੋਂ ਇਹਦੇ ਸਿਪਾਹੀਆਂ ਨੇ ਸੁਣੀਆਂ, ਤ੍ਰੈ ਰਾਖਸ਼ ਆਏ ਤਜ ਸੈਨਾ, ਉਹਨਾਂ ਵਿੱਚੋਂ 3 ਰਾਖਸ਼ ਜਿਹੜੇ ਸੀ ਸਿਪਾਹੀ, ਉਹ ਦੌੜ ਕੇ ਭੱਜ ਕੇ ਆਪਣੀ ਸੈਨਾ ਚੋਂ ਨਿਕਲ ਕੇ ਆਏ। ਜੈ ਬੈਸੇ ਬੇਦੀ ਕੁਲ ਦੀਪਾ, 3 ਜਣੇ ਆਏ ਵੀ 3 ਬੰਦੇ ਨੇ, ਤਿੰਨਾਂ ਨੂੰ ਫੜਾਂਗੇ ਆ ਕੇ ਇੱਕ ਇੱਕ ਜਣਾ।
ਤੇ ਜਿੱਥੇ ਬੇਦੀਆਂ ਦੀ ਕੁੱਲ ਦੇ ਦੀਪ ਜਗਤ ਸ਼੍ਰੋਮਣ ਸਤਿਗੁਰੂ ਜੀ ਬੈਠੇ ਉੱਥੇ ਆਏ ਹਨ। ਜਬਈ ਪਹੁੰਚੇ ਆਨ ਸਮੀਪਾ, ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨੇੜੇ ਆਏ, ਤੈ ਛਿਨ ਅੰਧ ਪਏ ਮਤ ਮੂਡੇ। ਆ ਮੰਨੋ ਜਿਵੇਂ ਥੋੜੇ ਜਿਹੇ ਹੱਥਾਂ ਦਾ ਹੀ ਫਰਕ ਰਹਿ ਗਿਆ ਹੋਵੇ। ਫੜਨ ਆਏ ਦੂਰੋਂ ਨਜ਼ਰ ਆਉਂਦੇ ਸੀ ਸਤਿਗੁਰੂ, ਜਦੋਂ ਨੇੜੇ ਆਏ ਫੜਨ ਵਾਸਤੇ ਤੇ ਅੱਖਾਂ ਤੋਂ ਤਿੰਨੇ ਹੀ ਅੰਨੇ ਹੋ ਗਏ। ਤਿੰਨਾਂ ਨੂੰ ਨਜ਼ਰ ਨਹੀਂ ਪਿਆ ਆਉਂਦਾ, ਕੁਝ ਨਹੀਂ ਦਿਸਦਾ। ਚਲਨ ਪੰਥ ਨੇ ਪਾਵੇਂ ਢੂੰਡੇ। ਗੁਰੂ ਸਾਹਿਬ ਦੀ ਕਲਾ ਵਰਤੀ, ਕਹਿੰਦੇ ਅੰਨੇ ਹੋ ਗਏ ਤੇ ਲੱਭਦਾ ਨਹੀਂ ਰਸਤਾ, ਕਿੱਧਰ ਜਾਈਏ ਟੁਰ ਕੇ। ਇੱਕਦਮ ਜਦੋਂ ਅੰਨੇ ਹੋ ਗਏ, ਪਤਾ ਹੀ ਨਹੀਂ, ਉਹਨਾਂ ਨੂੰ ਸੁਝਦਾ ਹੀ ਨਹੀਂ ਪਿਆ ਕਿੱਧਰ ਜਾਈਏ। ਕਿਤੇ ਉਤ ਵਿਚਰਤ ਸੂਝਤ ਨਾਈ। ਏਦਾਂ ਟੱਕਰਾਂ ਜੀਆਂ ਮਾਰੀ ਜਾਂਦੇ ਆਪਸ ਵਿੱਚ, ਇੱਧਰ ਉੱਧਰ ਫਿਰਦੇ ਤੇ ਸੁਝਦਾ ਨਹੀਂ ਕੁਝ। ਤਿਨ ਕੋ ਦੇਖ ਪ੍ਰਭੂ ਬਿਗਸਾਈ। ਉਹਨਾਂ ਨੂੰ ਵੇਖ ਕੇ ਸਤਿਗੁਰੂ ਜੀ ਮੁਸਕਰਾ ਪਏ, ਕਹਿੰਦੇ ਮਰਦਾਨਿਆਂ ਵੇਖ ਨਿਰੰਕਾਰ ਦੀ ਖੇਡ, ਇਹ ਅਕਾਲ ਪੁਰਖ ਦੀ ਖੇਡ ਵਰਤ ਰਹੀ ਆ, ਵੇਖ ਕਰਤਾਰ ਦੀ ਰਚੀ ਹੋਈ ਰਚਨਾ। ਹਟ ਜਬ ਗਮਨੇ ਪਾਛਲ ਓਰਾ। ਉਹ ਜਦੋਂ ਪਿੱਛੇ ਨੂੰ ਮੁੜ ਕੇ ਗਏ, ਥੋੜਾ ਜਿਹਾ ਪਿਛਾਂ ਨੂੰ ਚੱਲੇ, ਦੀਸਨ ਲਗਿਓ ਤਬੇ ਤਿਨ ਥੋਰਾ। ਫਿਰ ਉਹਨਾਂ ਨੂੰ ਥੋੜਾ ਥੋੜਾ ਨਜ਼ਰ ਆਉਣ ਲੱਗ ਪਿਆ। ਜਦੋਂ ਪਿੱਛੇ ਮੁੜੇ ਨਾ, ਵਾਪਸ ਪਰਤੇ, ਤੇ ਪਿੱਛੇ ਮੁੜਦਿਆਂ ਥੋੜਾ ਥੋੜਾ ਇਹਨਾਂ ਨੂੰ ਦਿਸਣ ਲੱਗਾ। ਜਾਏ ਭੂਤ ਸੋ ਬਾਤ ਸੁਨਾਈ। ਜਾ ਕੇ ਇਹਨਾਂ ਨੇ ਆਪਣੇ ਰਾਜੇ ਨੂੰ, ਜਿਹੜਾ ਇਹਨਾਂ ਦਾ ਰਾਜਾ ਸੀ ਦੇਵਲੂਤ, ਉਹਨੂੰ ਜਾ ਕੇ ਗੱਲ ਦੱਸੀ। ਜਬ ਹਮ ਨਿਕਟ ਗਏ ਤੈ ਥਾਈ। ਕਹਿੰਦੇ ਰਾਜਾ ਉੱਥੇ ਤਾਂ ਬੜੀ ਹੈਰਾਨੀ ਵਾਲੀ ਗੱਲ ਹੋਈ ਹੈ। ਜਦੋਂ ਅਸੀਂ ਉਹਨਾਂ ਦੇ ਕੋਲ ਗਏ, ਜਿਹੜੇ ਉਹ ਤਿੰਨ ਵਿਅਕਤੀ ਬੈਠੇ ਹਨ, ਦੇਖ ਰਹੇ ਤਬ ਨਹੀਂ ਦਿਸਾਨੇ। ਅਸੀਂ ਵੇਖਦੇ ਰਹੇ ਉਹਨਾਂ ਨੂੰ, ਪਰ ਉਹ ਨਜ਼ਰ ਹੀ ਨਹੀਂ ਸੀ ਆਉਂਦੇ। ਕੋਲ ਦੂਰੋਂ ਨਜ਼ਰ ਆਉਂਦੇ, ਜਦੋਂ ਕੋਲ ਗਏ ਤੇ ਸਾਨੂੰ ਦਿਸਣੋਂ ਹੀ ਬੰਦ ਹੋ ਗਿਆ। ਹਟ ਆਏ ਚਲ ਮਨ ਬਿਸਮਾਨੇ। ਅਸੀਂ ਹੈਰਾਨ ਹੋ ਕੇ ਇਸੇ ਕਰਕੇ ਵਾਪਸ ਆ ਗਏ, ਉਹਨਾਂ ਨੂੰ ਫੜੇ ਬਿਨਾ। ਰਾਖਸ਼ ਰਾਏ ਕਈ ਰਿਸ ਬੈਨਾ। ਰਾਜਾ ਰਾਖਸ਼ ਜਿਹੜਾ ਸੀ ਬੜਾ ਗੁੱਸੇ ਵਿੱਚ ਆਇਆ। ਉਹ ਕਹਿੰਦਾ ਮੂਰਖ ਬਣਾਉਂਦੇ ਹੋ ਮੈਨੂੰ, ਬੋਲਦੇ ਹੋ ਆ ਕੇ। ਉਹਨੇ ਬੜਾ ਗੁੱਸੇ ਵਿੱਚ ਇਹਨਾਂ ਦੀ ਤਾੜਨਾ ਕੀਤੀ। ਤਾਏ ਜਾਏ ਕਿਆ ਪਾ ਤੁਮ ਨੈਣਾ। ਕਹਿੰਦਾ ਚੰਗਾ ਭਲਾ ਦਿਸਦਾ, ਉੱਥੇ ਜਾ ਕੇ ਕੀ ਹੋ ਗਿਆ ਤੁਹਾਡਿਆਂ ਨੈਣਾ ਨੂੰ? ਕਿਹੜਾ ਹਨੇਰਾ ਪਿਆ ਹੋਇਆ ਉੱਥੇ, ਚਾਨਣਾ ਚੰਗਾ ਭਲਾ। ਇੱਥੇ ਤੁਸੀਂ ਦਿਸਦਾ ਤੁਹਾਨੂੰ, ਉੱਥੇ ਜਾ ਕੇ ਕੀ ਹੋ ਗਿਆ? ਏਦਾਂ ਹੋ ਹੀ ਨਹੀਂ ਸਕਦਾ। ਲੀਨ ਪਠੇ ਤੀਨੋਂ ਪੁਨ ਓਰੀ। ਉਹਨੇ ਆਖਿਆ ਤੁਸੀਂ ਖੜੋ ਇੱਥੇ, ਦੂਜੇ ਤਿੰਨ ਬੰਦੇ ਹੋਰ ਭੇਜ ਦਿੱਤੇ ਵੀ ਤੁਸੀਂ ਜਾਓ। ਚੱਲ ਕਰ ਆਏ ਤੂਰਨ ਦੋਰੀ। ਜਦੋਂ ਦੂਜੇ ਤਿੰਨ ਬੰਦੇ ਭੇਜੇ, ਬੜੀ ਦੌੜ ਕੇ ਕਾਹਲੀ ਨਾਲ ਆਏ। ਪ੍ਰਥਮੇ ਜਿਉ ਅੰਧੇ ਸੋ ਪਏ। ਜਿਵੇਂ ਪਹਿਲੇ ਤਿੰਨ ਬੰਦੇ ਅੰਨੇ ਹੋਏ, ਉਹ ਵੀ ਆ ਕੇ ਉਸੇ ਤਰ੍ਹਾਂ ਹੀ ਅੰਨੇ ਹੋ ਗਏ। ਉਹਨਾਂ ਨੂੰ ਵੀ ਕੁਝ ਨਜ਼ਰ ਨਾ ਆਵੇ। ਜਦੋਂ ਨੇੜੇ ਆਉਣ, ਸਤਿਗੁਰਾਂ ਦੇ ਦਿਸਣਾ ਬੰਦ ਹੋ ਗਿਆ। ਹਟ ਕਰ ਨ੍ਰਿਪਤ ਨਿਕਟ ਤਬ ਗਏ। ਇਹ ਵਾਪਸ ਉਥੋਂ ਪਰਤ ਕੇ ਰਾਜੇ ਦੇ ਕੋਲ ਚਲੇ ਗਏ। ਕਹਿਣ ਲਗੇ ਸੁਨੀਏ ਅਵਨੀਪਾ। ਕਹਿਣ ਲੱਗੇ ਹੇ ਰਾਜਾ ਸੁਣ। ਨੈਂਦੀ ਸੇ ਜਬ ਜਾਏ ਸਮੀਪਾ। ਕਹਿੰਦਾ ਬਿਲਕੁਲ ਇਹ ਜਿਹੜੇ ਬੰਦੇ ਪਹਿਲੇ ਗਏ ਸੀ ਸੱਚ ਕਹਿੰਦੇ ਨੇ। ਜਦੋਂ ਅਸੀਂ ਉਹਨਾਂ ਦੇ ਕੋਲ ਗਏ, ਸਾਨੂੰ ਵੀ ਦਿਸਣੋਂ ਬੰਦ ਹੋ ਗਿਆ। ਬਿਲਕੁਲ ਸੱਚ ਹੈ, ਦਰੁਸਤ ਹੈ। ਹੋਏ ਦੂਰ ਜਬ ਦੇਤ ਦਿਖਾਈ। ਜਦੋਂ ਦੂਰ ਜਾਂਦੇ ਆ ਉਹਨਾਂ ਤੋਂ ਦਿਸਣ ਲੱਗ ਪੈਂਦਾ ਹੈ, ਜਦੋਂ ਉਹਨਾਂ ਦੇ ਨੇੜੇ ਜਾਂਦੇ ਆ ਤੇ ਦਿਸਣੋਂ ਬੰਦ ਹੋ ਜਾਂਦਾ ਹੈ। ਅਚਰਜ ਹੀ ਕੁਛ ਲਖੀ ਨਾ ਜਾਈ। ਇਹ ਬੜਾ ਅਚਰਜ ਅਸੀਂ ਵੇਖਿਆ, ਹੈਰਾਨ ਹੋ ਰਹੇ ਆ, ਸਮਝ ਨਹੀਂ ਆ ਰਹੀ ਇਹ ਕੀ ਹੋ ਰਿਹਾ ਹੈ। ਸੁਨ ਪੂਪਤ ਮਤ ਹੋਈ ਬਿਸਮਾਏ। ਜਦੋਂ ਦੋ ਵਾਰੀ ਇਹ ਗੱਲ ਹੋਈ ਤੇ ਰਾਜਾ ਵੀ ਹੁਣ ਸੁਣ ਕੇ ਹੈਰਾਨ ਹੋਇਆ ਕਿ ਪਹਿਲੇ ਤਿੰਨ ਬੰਦੇ ਝੂਠ ਬੋਲ ਸਕਦੇ ਐ, ਦੁਬਾਰਾ ਭੇਜੇ ਨੇ, ਇਹ ਵੀ ਉਹੀ ਗੱਲ ਕਹਿੰਦੇ ਨੇ ਪਹਿਲਿਆਂ ਵਾਲੀ। ਹੁਣ ਰਾਜਾ ਥੋੜਾ ਜਿਹਾ ਹੈਰਾਨ ਵੀ ਹੋਇਆ। ਤ੍ਰੈ ਰਾਖਸ਼ ਪੁਨ ਔਰ ਪਠਾਏ। ਇਹਨੇ ਤੀਜੀ ਵਾਰ ਤਿੰਨ ਬੰਦੇ ਹੋਰ ਭੇਜੇ, ਜਿਹੜੇ ਨਵੇਂ ਸਨ ਉਹ ਭੇਜੇ। ਪੂਰਬ ਜਿਉ ਅੰਧ ਸਿਧਾਰੇ। ਜਦੋਂ ਤੀਜੀ ਵਾਰ ਤਿੰਨ ਨਵੇਂ ਬੰਦੇ ਗਏ, ਉਹ ਵੀ ਪਹਿਲਿਆਂ ਵਾਂਗੂ ਹੀ ਅੰਨੇ ਹੋ ਗਏ। ਉਹ ਵੀ ਜਦੋਂ ਨੇੜੇ ਜਾਣ ਤੇ ਅੰਨੇ ਹੋ ਜਾਣ। ਸਪਤ ਵਾਰ ਇਸ ਰੀਤ ਪਧਾਰੇ। ਏਦਾਂ ਦੋ ਵੇਰੀ, ਤਿੰਨ ਵੇਰੀ, ਚਾਰ ਵੇਰੀ, 7 ਵਾਰ ਬੰਦੇ ਭੇਜੇ ਨੇ ਤਿੰਨ ਤੇ, ਯਾਨੀ ਕਿ 21 ਬੰਦੇ ਭੇਜੇ, ਤਿੰਨ ਤਿੰਨਾਂ ਦੀ ਜੋਟੀ ਬਣਾ ਕੇ 7 ਵਾਰ ਭੇਜੇ। ਅਚਰਜ ਰਾਖਸ਼ ਰਾਜੇ ਮਾਨਾ। ਉਹ 7 ਵੇਰੀ ਅੰਨੇ ਹੋ ਜਾਇਆ ਕਰਨ ਤੇ ਵਾਪਸ ਪਰਤਿਆ ਕਰਨ ਤੇ ਦਿਸਣ ਲੱਗ ਪਿਆ। ਹੁਣ ਤਾਂ ਰਾਜੇ ਦੀ ਅਚਰਜਤਾ ਤੇ ਹੈਰਾਨੀ ਦੀ ਹੱਦ ਨਾ ਰਹੀ। ਨਿਜ ਮੰਤਰੀ ਸੋ ਬਚਨ ਬਖਾਨਾ। ਜਿਹੜਾ ਇਹਦਾ ਮੰਤਰੀ ਸੀ ਦੇਵਲੂਤ ਦਾ,
ਉਹਦੇ ਨਾਲ ਕਹਿਣ ਲੱਗਾ, ਬੋਲਿਆ, ਇਹ ਕਿਆ ਅਚਰਜ ਜਾਏ ਨਾ ਜਾਣਿਓ। ਕਹਿੰਦਾ ਆਹ ਕੀ ਹੈਰਾਨੀ ਆ, ਇਹ ਕਿਸ ਤਰ੍ਹਾਂ ਦਾ ਅਚਰਜ ਹੈ, ਸਮਝ ਨਹੀਂ ਆਉਂਦੀ। ਸਪਤ ਵਾਰ ਫਿਰ ਕਿਸੂ ਨਾ ਆਨਿਓ। ਕਹਿੰਦਾ 7 ਵਾਰ ਭੇਜੇ ਨੇ ਬੰਦੇ ਤੇ 7 ਵੇਰੀ ਖਾਲੀ ਆ ਗਏ ਨੇ, ਕੋਈ ਵੀ ਉਹਨਾਂ 3 ਜਣਿਆਂ ਨੂੰ ਲੈ ਕੇ ਨਹੀਂ ਆਇਆ। ਮੰਤਰੀ ਉਚਰੇ ਸੁਨੋ ਚਿਤੇਸਾ। ਉਹ ਅੱਗੋਂ ਮੰਤਰੀ ਬੋਲਿਆ, ਕਹਿਣ ਲੱਗਾ, ਹੇ ਰਾਜਾ ਸੁਣ। ਕਲਾਵਾਨ ਏਕੋ ਬੈਸਾ। ਮੰਤਰੀ ਕਹਿਣ ਲੱਗਾ, ਰਾਜਾ ਇਹ ਜਿਹੜਾ ਕੋਈ ਸਾਹਮਣੇ 3 ਬੰਦੇ ਬੈਠੇ ਆ, ਇਹਨਾਂ ਵਿੱਚੋਂ ਜ਼ਰੂਰ ਇੱਕ ਅੱਧਾ ਕੋਈ ਕਲਾਵਾਨ ਪੁਰਸ਼ ਹੈ। ਤਿੰਨੇ ਤਾਂ ਨਹੀਂ ਹੋ ਸਕਦੇ, ਤਿੰਨਾਂ ਵਿੱਚੋਂ ਕੋਈ ਇੱਕ ਅੱਧਾ ਵਿਅਕਤੀ ਹੈ ਇਹਨਾਂ ਵਿੱਚ ਜਿਹੜਾ ਕੋਈ ਕਲਾਵਾਨ ਪੁਰਸ਼ ਜਾਪਦਾ ਹੈ। ਜੇਕਰ ਹੋਵੇ ਆਪ ਰਜਾਈ। ਹੇ ਰਾਜਾ ਜੇ ਤੂੰ ਮੈਨੂੰ ਆਗਿਆ ਦੇਵੇਂ, ਜੇ ਮੈਨੂੰ ਇਜਾਜ਼ਤ ਦੇਵੇਂ, ਪਰਖੋ ਮੈਂ ਇਨਕੇ ਟਿਕ ਜਾਈ। ਮੈਂ ਇਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਪਰਖਦਾ ਹਾਂ, ਵੇਖਦਾ ਹਾਂ। ਆਇਸ ਪਾਏ ਸਚਿਵ ਸੋ ਆਇਓ। ਰਾਜਾ ਕਹਿੰਦਾ, ਜਾ। ਰਾਜੇ ਕੋਲੋਂ ਆਗਿਆ ਲੈ ਕੇ ਉਹ ਮੰਤਰੀ ਚੱਲ ਕੇ ਆਇਆ। ਸ਼ੁੱਧ ਆਤਮੈ ਕਪਟ ਗਵਾਇਓ। ਇਹਨੇ ਹੁਣ ਆਤਮਾ ਸ਼ੁੱਧ ਰੱਖੀ, ਆਪਣੀ ਭਾਵਨਾ ਸ਼ੁੱਧ ਰੱਖੀ ਤੇ ਕਪਟ ਗਵਾ ਦਿੱਤਾ। ਹਿਰਦੇ ਦਾ ਕਪਟ ਛੱਡ ਕੇ ਵੀ ਭਾਵਨਾ ਨਾਲ ਆਇਆ ਵੀ ਚਲੋ ਚੱਲ ਕੇ ਪੜਤਾਲ ਕਰੀਏ ਕੌਣ ਨੇ। ਪਹਿਲਾਂ ਜਿਹੜੇ ਉਹ ਮਾੜੀ ਮੰਦਬਿਰਤੀ ਲੈ ਕੇ ਆਉਂਦੇ ਸੀ, ਬੰਨੇ ਹੋ ਗਏ। ਇਹ ਸ਼ੁੱਧ ਭਾਵਨਾ ਲੈ ਕੇ ਹਿਰਦੇ ਵਿੱਚ ਆਇਆ। ਸੇਵਾ ਕਰੋ ਸੰਤ ਜੀ ਤੁਮਰੀ। ਜਦੋਂ ਇਹ ਆਇਆ ਤੇ ਇਹਨੂੰ ਦਿਸਣੋਂ ਬੰਦ ਨਹੀਂ ਹੋਇਆ। ਇਹ ਆਇਆ, ਮਹਾਰਾਜ ਜੀ ਨੂੰ ਪ੍ਰਣਾਮ ਕੀਤੀ, ਪ੍ਰਣਾਮ ਕਰਕੇ ਕਹਿਣ ਲੱਗਾ, ਸੰਤ ਜੀ ਮੇਰੇ ਲੈ ਕੋਈ ਸੇਵਾ ਦੱਸੋ, ਮੈਂ ਕੀ ਸੇਵਾ ਕਰਾਂ ਆਪ ਜੀ ਦੀ। ਕਿੱਦਾਂ ਆ ਕੇ ਨੇ ਖਾਲਸਾ ਜੀ, ਹੁਣ ਉਹ ਪਹਿਲੇ ਆਉਂਦੇ ਆ, ਉਹਨਾਂ ਨੂੰ ਦਿਸਦੇ ਨਹੀਂ ਸਤਿਗੁਰੂ। ਇਹ ਆਇਆ, ਇਹਨੂੰ ਸਤਿਗੁਰੂ ਜੀ ਦੇ ਦਰਸ਼ਨ ਹੋ ਰਹੇ। ਜਿਨ੍ਹਾਂ ਦੀ ਰਾਖਸ਼ਾਂ ਵਾਲੀ ਬਿਰਤੀ ਹੈ ਨਾ, ਜਿਨ੍ਹਾਂ ਅੰਦਰ ਮੰਦ ਭਾਵ ਨੇ, ਸਤਿਗੁਰੂ ਸਾਹਮਣੇ ਬੈਠੇ ਵੀ ਉਹਨਾਂ ਨੂੰ ਨਜ਼ਰ ਨਹੀਂ ਆਉਂਦੇ। ਜਿਨ੍ਹਾਂ ਦਾ ਹਿਰਦਾ ਸ਼ੁੱਧ ਹੈ, ਜਿਨ੍ਹਾਂ ਦਾ ਅੰਤःਕਰਨ ਸ਼ੁੱਧ ਹੈ, ਜਿਨ੍ਹਾਂ ਦੀ ਭਾਵਨਾ ਸ਼ੁੱਧ ਹੈ, ਉਹਨਾਂ ਨੂੰ ਸਤਿਗੁਰੂ ਜੀ ਆਪਣੇ ਹੱਥ ਤੋਂ ਵੀ ਨੇੜੇ ਪ੍ਰਤੀਤ ਹੁੰਦੇ ਆ ਤੇ ਪ੍ਰਤੱਖ ਦਰਸ਼ਨ ਕਰਦੇ। ਇੱਥੋਂ ਇਹ ਸੰਕੇਤ ਮਿਲ ਰਿਹਾ। ਇਹ ਆ ਕੇ ਸਤਿਗੁਰਾਂ ਨੂੰ ਬੇਨਤੀ ਕਰਦਿਆਂ ਕਹਿੰਦਾ, ਮਹਾਰਾਜ ਸੰਤ ਜੀ ਮੇਰੇ ਲਾਇਕ ਸੇਵਾ ਦੱਸੋ, ਮੈਂ ਤੁਹਾਡੀ ਕੀ ਸੇਵਾ ਕਰਾਂ। ਦੇਖਨ ਸ਼ਰਦਾ ਪੂਰੋ ਹਮਰੀ। ਮਹਾਰਾਜ ਮੇਰੀ ਭਾਵਨਾ ਪੂਰਨ ਕਰੋ। ਇਸ ਬਿਦ ਕਹਿਤ ਬੰਦ ਦ્વੈ ਹਾਥਾ। ਏਦਾਂ ਕਹਿ ਕੇ ਨੇ ਦੋਵੇਂ ਹੱਥ ਜੋੜੇ। ਚੱਲ ਕਰ ਆਵਾ ਟਿਗ ਜਗਨਾਥਾ। ਕਹਿੰਦੇ ਦੂਰੋਂ ਅਰਦਾਸ ਕਰਕੇ ਆਇਆ ਪਹਿਲਾਂ, ਮਹਾਰਾਜ ਜੀ ਮੈਨੂੰ ਦਰਸ਼ਨ ਦੇ ਦਿਓ, ਇਹਨਾਂ ਵਾਂਗੂ ਅੰਨਾ ਨਾ ਰੱਖਿਓ, ਮੈਂ ਤੁਹਾਡੀ ਭਾਵਨਾ ਨਾਲ ਸੇਵਾ ਕਰਾਂ, ਮੇਰੇ ਤੇ ਤਰਸ ਕਰੋ, ਦਇਆ ਕਰੋ, ਮੈਨੂੰ ਆਪਣੇ ਦਰਸ਼ਨ ਦੇ ਦਿਓ। ਇਉਂ ਬੇਨਤੀ ਕਰਕੇ ਦੂਰੋਂ ਹੀ ਟੁਰਿਆ। ਦੋਹਰਾ ਪੂਰਨ ਪਰਮੇਸ਼ਰ ਯਈ ਪ੍ਰੇਮ ਮੰਤਰੀ ਧਾਰੇ। ਜਦੋਂ ਸਤਿਗੁਰਾਂ ਕੋਲ ਆਇਆ ਤੇ ਦਰਸ਼ਨ ਕੀਤੇ, ਇਹਨੇ ਜਾਣ ਲਿਆ ਕਿ ਇਹ ਪੂਰਨ ਪਾਰ ਬ੍ਰਹਮ ਪਰਮੇਸ਼ਵਰ ਹਨ। ਇਹ ਮੰਤਰੀ ਨੇ ਆਪਣੇ ਹਿਰਦੇ 'ਚ ਧਾਰਨ ਕਰ ਲਿਆ, ਇਹ ਪ੍ਰੇਮ ਹਿਰਦੇ 'ਚ ਵਸਾ ਲਿਆ। ਬੰਦਨ ਕਰਕੇ ਬੈਠਗਾ ਨੀਕੇ ਬਚਨ ਉਚਾਰੇ। ਮੱਥਾ ਟੇਕ ਕੇ ਸਤਿਗੁਰਾਂ ਦੇ ਕੋਲ ਬੈਠ ਗਿਆ ਤੇ ਬੋਲਿਆ, ਚੌਪਈ ਉਹ ਨਾਮੰ ਕਹਿੰਤੇ ਚੱਲ ਆਏ। ਮਹਾਰਾਜ ਜੀ ਕੀ ਨਾਮ ਹੈ ਆਪ ਜੀ ਦਾ, ਕਿੱਥੋਂ ਆਪ ਜੀ ਚੱਲ ਕੇ ਆਏ ਹੋ? ਇਉਂ ਪੁੱਛਿਆ ਮੰਤਰੀ ਨੇ। ਜਿਉ ਤਨ ਤਰ ਕਰਤਾਰ ਸੁਹਾਏ। ਇਉਂ ਜਾਪਦਾ ਹੈ ਕਰਤਾਰ ਨਹੀਂ ਤਨ ਧਾਰਨ ਕੀਤਾ, ਇਉਂ ਜਾਪਦਾ ਪਰਮੇਸ਼ਰ ਨੇ ਸਰੀਰ ਧਾਰਨ ਕੀਤਾ। ਆਗੇ ਗਮਨੋ ਕੌਨੇ ਦੇਸ਼ਾ। ਮਹਾਰਾਜ ਜੀ ਆਪ ਜੀ ਅੱਗੇ ਕਿਹੜੇ ਦੇਸ਼ ਨੂੰ ਜਾ ਰਹੇ ਹੋ? ਸੁਨ ਕਰ ਬੋਲੇ ਸ਼੍ਰੀ ਜਗਤੇਸ਼ਾ। ਸੁਣ ਕੇ ਜਗਤ ਦੇ ਈਸ਼ਵਰ ਸਾਹਿਬ ਜੀ ਬੋਲੇ, ਨਾਮ ਅਹੇ ਨਾਨਕ ਨਿਰੰਕਾਰੀ। ਪਾਤਸ਼ਾਹ ਕਹਿਣ ਲੱਗੇ, ਮੰਤਰੀ ਜੀ ਸਾਡਾ ਨਾਮ ਹੈ ਨਾਨਕ ਨਿਰੰਕਾਰੀ। ਲਖੋ ਅਤੀਤੰ ਇੱਛਾਚਾਰੀ। ਔਰ ਸਾਨੂੰ ਅਤੀਤ ਜਾਣ ਤੇ ਆਪਣੀ ਸਵੈ ਇੱਛਾ ਦੇ ਨਾਲ ਅਸੀਂ ਇਹ ਚੱਲ ਰਹੇ ਹਾਂ।
ਇੱਧਰ ਉੱਧਰ ਵਿਚਰ ਰਹੇ ਹਾਂ। ਤਬ ਮੰਤਰੀ ਪਦ ਬੰਧਨ ਕਰ ਕੈ ਉਸ ਵੇਲੇ ਮੰਤਰੀ ਨੇ ਗੁਰਦੇਵ ਦੇ ਚਰਨਾਂ ਤੇ ਬੰਦਨਾ ਕੀਤੀ ਸੁਣ ਕੇ ਗਇਓ ਭੂਪ ਟਿਗ ਹਿਤੋਰ ਧਰ ਕੈ ਬੜਾ ਭਾਰੀ ਹਿੱਤ ਧਾਰ ਕੇ ਸਤਿਗੁਰਾਂ ਦਾ ਇਹ ਮੰਤਰੀ ਵਾਪਸ ਆਪਣੇ ਰਾਜੇ ਦੇਵਲੂਤ ਕੋਲ ਪਾਸ ਗਿਆ। ਨਗਰ ਤੋਏ ਆਇਓ ਕਰਤਾਰਾ ਆਖਿਆ ਰਾਜਾ ਵੱਡੇ ਭਾਗ ਆਹੋ ਭਾਗ ਤੇਰੇ ਨਗਰ ਵਿੱਚ ਦੀਨ ਦੁਨੀਆ ਦੇ ਮਾਲਕ ਆਪ ਨਾਰਾਇਣ ਕਰਤਾਰ ਜੀ ਆਏ ਹਨ। ਹਾਂਜੀ, ਸ਼ਰਨ ਗਉ ਹੋਵੇ ਨਿਸਤਾਰਾ ਉਹਨਾਂ ਦੀ ਸ਼ਰਨ ਗ੍ਰਹਿਣ ਕਰ, ਤੇਰਾ ਪਾਰ ਉਤਾਰਾ ਹੋਵੇਗਾ। ਉਹ ਤੇਰਾ ਭਲਾ ਕਰਨ ਆਏ ਐ, ਤੈਨੂੰ ਪਾਰ ਉਤਾਰਨ ਆਏ ਨੇ ਇਸ ਭਵ ਸਾਗਰ ਤੋਂ। ਪਰਮ ਹਿਰਦੇ ਤੇ ਸਭ ਪਰ ਹਰ ਕੈ ਆਪਣੇ ਹਿਰਦੇ ਦਾ ਭਰਮ ਛੱਡ ਦੇ, ਤਿਆਗ ਦੇ। ਚਲੋ ਮਿਲੋ ਪ੍ਰੇਮੇ ਉਰ ਪਰ ਕੈ ਚੱਲ ਹਿਰਦੇ 'ਚ ਪ੍ਰੇਮ ਧਾਰਨ ਕਰਕੇ ਉਹਨਾਂ ਨੂੰ ਮਿਲ, ਉਹਨਾਂ ਦੇ ਦਰਸ਼ਨ ਕਰ। ਦੋਹਰਾ ਦੇਵਲੂਤ ਸੁਨ ਕਰ ਕਹੇ ਮਾਨੁਖ ਭੋਜਨ ਮੋਰ ਅੱਗੋਂ ਦੇਵਲੂਤ ਬੋਲਿਆ, ਕਹਿੰਦਾ ਤੈਨੂੰ ਰੱਬ ਦਿਸਦੇ ਨੇ, ਮੇਰੇ ਲਈ ਤਾਂ ਬੰਦੇ ਨੇ, ਮੇਰਾ ਭੋਜਨ ਨੇ, ਉਹ ਮੇਰਾ ਖਾਜਾ ਨੇ, ਮੈਂ ਤਾਂ ਉਹਨਾਂ ਦਾ ਭੋਜਨ ਕਰਨਾ ਹੈ। ਕਹੋ ਨਤਨ ਕੀ ਸ਼ਰਨੇ ਹੋ ਮਾਨੋ ਬਚਨ ਨ ਤੋਰ ਮੈਂ ਨਹੀਂ ਤੇਰੀ ਗੱਲ ਮੰਨਦਾ, ਮੈਂ ਨਹੀਂ ਉਹਨਾਂ ਦੀ ਸ਼ਰਨ ਗ੍ਰਹਿਣ ਕਰਦਾ, ਮੈਂ ਤਾਂ ਖਾਵਾਂਗਾ ਉਹਨਾਂ ਨੂੰ, ਉਹ ਤਾਂ ਮੇਰਾ ਭੋਜਨ ਨੇ, ਮੇਰੀ ਖੁਰਾਕ ਹਨ। ਚੋਪਈ ਕੈਸੀ ਹੈ ਦੇਖੋ ਮੈਂ ਜਾਈ ਮੈਂ ਵੇਖਦਾ ਚੱਲ ਕੇ, ਆ ਸਭ ਝੂਠ ਬੋਲਦੇ ਹੋ ਤੁਸੀਂ। ਕਹਿੰਦਾ ਮੈਂ ਜਾ ਕੇ ਵੇਖਦਾ ਕਿਹੋ ਜਿਹੇ ਹਨ। ਯੋਂ ਕਹਿ ਆਪ ਚਲਾ ਪੁਨਰਾਈ ਇਉਂ ਕਹਿ ਕੇ ਰਾਜਾ ਦੇਵਲੂਤ ਆਪ ਚੱਲ ਪਿਆ। ਸਭ ਰਾਖਸ਼ ਹੈ ਜਾਂ ਕੇ ਸੰਗਾ ਇਹਦੇ ਨਾਲ ਦੇ ਜਿੰਨੇ ਦੇ ਰਾਖਸ਼ੀ ਬਿਰਤੀ ਵਾਲੇ ਸਿਪਾਹੀ ਸਨ ਉਹ ਵੀ ਨਾਲ ਹਨ। ਜਨ ਗਿਰ ਆਵਤ ਮੇਚ ਕੇ ਅੰਗਾ ਇਉਂ ਜਾਪਦਾ ਜਿਵੇਂ ਕੋਈ ਪਹਾੜ ਹੀ ਟੁਰੇ ਆਉਂਦੇ, ਕਾਲੇ ਕਾਲੇ ਰੰਗ ਦੇ ਸਨ ਇਹਨਾਂ ਦੇ, ਤੇ ਚਿਹਰੇ ਬੜੇ ਵਿਕਰਾਲ ਤੇ ਡਰਾਉਣੇ ਨੇ। ਚਲ ਕਰ ਆਏ ਜਬੇ ਸਮੀਪਾ ਇਹ ਜਦੋਂ ਚੱਲ ਕੇ ਸਤਿਗੁਰਾਂ ਦੇ ਨੇੜੇ ਆਏ, ਅੰਦੇ ਪਏ ਸਹਿਤ ਅਵਨੀਪਾ ਰਾਜੇ ਦੇ ਸਮੇਤ ਸਾਰੇ ਹੀ ਅੰਨੇ ਹੋ ਗਏ। ਰਾਜਾ ਵੀ ਅੰਨਾ ਹੋ ਗਿਆ, ਬਾਕੀ ਦੇ ਵੀ ਸਾਰੇ ਅੰਨੇ ਹੋ ਗਏ। ਕੱਲਾ ਜਿਹੜਾ ਉਹ ਮੰਤਰੀ ਸੀ ਉਹਨੂੰ ਸਤਿਗੁਰੂ ਜੀ ਨਜ਼ਰੀ ਆਉਂਦੇ ਆ, ਬਾਕੀ ਸਭ ਅੰਨੇ ਹੋ ਗਏ। ਇੱਕ ਮੰਤਰੀ ਕੋ ਦੇਤ ਦਿਖਾਈ ਇੱਕੋ ਮੰਤਰੀ ਸੀ ਜਿਹਦੀ ਸ਼ੁੱਧ ਭਾਵਨਾ ਸੀ, ਉਹਨੂੰ ਸਤਿਗੁਰੂ ਜੀ ਦਿਸ ਰਹੇ ਨੇ, ਦਰਸ਼ਨ ਦੇ ਰਹੇ ਨੇ। ਔਰ ਫਿਰੇ ਭੂਲੇ ਤੈ ਥਾਈ ਬਾਕੀ ਸਾਰੇ ਭੁੱਲੇ ਹੀ ਫਿਰਦੇ ਆ, ਉੱਥੇ ਭਟਕਦੇ ਫਿਰਦੇ ਆ। ਤਬੇ ਸਚਿਵ ਨੇ ਗਿਰਾ ਉਚਾਰੀ ਉਸ ਵੇਲੇ ਫਿਰ ਉਹ ਮੰਤਰੀ ਬੋਲਿਆ, ਕਿਆ ਭੂਪਤ ਸੁਧ ਆਏ ਤੁਮਾਰੀ ਆਖਿਆ ਰਾਜਾ ਦੇਵਲੂਤ ਕੀ ਹਾਲ ਹੈ ਤੇਰਾ, ਦੱਸ ਕੀ ਖਬਰ ਹੈ ਤੇਰੀ। ਸੂਦੇ ਚਲਤ ਨ ਜਾਵੋ ਭੂਲੇ ਆ ਤੂੰ ਸਿੱਧਾ ਕਿਉਂ ਨਹੀਂ ਜਾਂਦਾ, ਸੱਜੇ ਖੱਬੇ ਭਟਕੀ ਜਾਣਾ। ਉਹ ਸਾਹਮਣੇ ਬੈਠੇ ਆ ਸਤਿਗੁਰੂ, ਆ ਕਿੱਧਰ ਮੂੰਹ ਮੋੜਿਆ ਹੋਇਆ, ਕਿੱਧਰ ਮੂੰਹ ਫੇਰਿਆ ਹੋਇਆ, ਕਿੱਧਰ ਚੱਲ ਰਿਹਾ, ਸਿੱਧਾ ਕਿਉਂ ਨਹੀਂ ਚੱਲਦਾ। ਅਜੋ ਪੀਹੋ ਮੋਏ ਅਨਕੂਲੇ ਹਾਲੇ ਵੀ ਮੈਂ ਜੋ ਕਹਿਣਾ ਉਸ ਗੱਲ ਨੂੰ ਮੰਨ ਲੈ ਰਾਜਾ ਦੇਵਲੂਤ, ਜੇ ਤੂੰ ਆਪਣਾ ਭਲਾ ਚਾਹੁੰਦਾ ਹੈ। ਪੈ ਕਰ ਡਰ ਪਿਓ ਰਾਖਸ਼ ਰਾਜਾ ਹੁਣ ਇਹ ਰਾਜਾ ਵੀ ਡਰ ਗਿਆ ਵੀ ਕਿਤੇ ਮੈਂ ਪੱਕਾ ਹੀ ਅੰਨਾ ਨਾ ਹੋ ਜਾਵਾਂ, ਭੈ ਭੀਤ ਹੋ ਗਿਆ। ਖਾਲਸਾ ਜੀ, ਰਾਖਸ਼ੀ ਬਿਰਤੀ ਵਾਲੇ ਲੋਕਾਂ ਨੂੰ ਇਹ ਕਲਾ ਵਿਖਾਣੀ ਪੈਂਦੀ ਆ, ਉਹ ਤਾਂ ਆ ਕੇ ਸ਼ਰਨ ਚ ਪੈਂਦੇ। ਸ਼ਰਧਾਵਾਨ ਭਾਵਨਾ ਵਾਲੇ ਨੂੰ ਵੀ ਗੁਰੂ ਕੀ ਕਲਾ ਦਰਸ਼ਨ ਕਰਵਾਉਣੀ ਪੈਂਦੀ ਹੈ, ਤਾਂ ਜੋ ਉਹਦੀ ਸ਼ਰਧਾ ਭਾਵਨਾ ਬਣੀ ਰਹੇ। ਗਿਆਨਵਾਨ ਪਰਮ ਗਿਆਨੀ ਨੂੰ ਕਰਾਮਾਤ ਤੇ ਕਲਾ ਵਿਖਾਉਣ ਦੀ ਲੋੜ ਨਹੀਂ, ਉਹ ਸੁਤੇ ਸੇਧੀ ਸਾਹਿਬ ਜੀ ਦੀ ਕਲਾ ਨੂੰ ਸਮਝ ਲੈਂਦਾ। ਇਹ ਖੇਡ ਸਮਝਣ ਵਾਲੀ ਹੈ ਗੁਰੂ ਖਾਲਸਾ ਜੀ। ਰਾਖਸ਼ੀ ਬਿਰਤੀ ਵਾਲੇ ਨੂੰ ਵੀ ਕਲਾ ਵਿਖਾਉਣ ਦੀ ਲੋੜ ਸੀ, ਤਦੇ ਸ਼ਰਨ ਆਉਣਾ ਸੀ ਉਹਨੂੰ। ਸ਼ਰਧਾ ਭਾਵਨਾ ਵਾਲੇ ਨੂੰ ਵੀ ਕਲਾ ਵਿਖਾਉਣ ਦੀ ਜ਼ਰੂਰਤ ਹੈ, ਸੁਤੇ ਸਿੱਧ ਵਰਤਦੀ ਹੈ, ਕਿਉਂਕਿ ਉਹਦੀ ਸ਼ਰਧਾ ਬਣੀ ਰਹੇ ਆਪਣੇ ਮਾਲਕ ਤੇ ਆਪਣੇ ਸਾਹਿਬ ਤੇ। ਪਰ ਜਿਹੜਾ ਗਿਆਨਵਾਨ ਹੈ ਪਰਮ ਗਿਆਨੀ, ਉਸ ਨੂੰ ਕਲਾ ਵੇਖਣ ਦੀ ਲੋੜ ਨਹੀਂ, ਉਹਦੇ ਅੰਦਰ ਸੁਤੇ ਸੇਧੀ ਇਹ ਗਿਆਨ ਹੈ ਕਿ ਮੇਰੇ ਸਤਿਗੁਰੂ ਜੀ ਸਰਬ ਕਲਾ ਸਮਰੱਥ ਹਨ। ਇਹ ਵੱਖੋ ਵੱਖਰੇ ਭਾਅ ਨੇ ਸਭ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੀ ਜਦੋਂ ਕਲਾ ਵੇਖੀ ਤੇ ਰਾਜਾ ਭੈ ਭੀਤ ਹੋ ਗਿਆ। ਬੋਲਿਓ ਬਚਨ ਧਰੇ ਬਹੁ ਲਾਜਾ ਔਰ ਬੜਾ ਸ਼ਰਮਸਾਰ ਤੇ ਸ਼ਰਮਿੰਦਾ ਹੋਇਆ ਤੇ ਬੋਲਿਆ, ਏ ਮੰਤਰੀ ਜੈਸੇ ਤੂੰ ਕਹਿਹੀ ਤੈ ਸੋਈ ਪੂਰਨ ਆਈ। ਕਹਿਣ ਲੱਗਾ, ਹੇ ਮੰਤਰੀ ਜਿਵੇਂ ਤੂੰ ਕਹਿਣਾ ਉਹੋ ਜਿਹੀ ਪੂਰਨ ਨੇ ਮੈਂ ਸਮਝ ਲਿਆ।
ਜਿਵੇਂ ਤੂੰ ਆਖਿਆ ਨਾ ਵੀ ਇਹ ਪੂਰਨ ਪੁਰਖ ਨੇ, ਮੈਂ ਮੰਨ ਲਿਆ ਹੁਣ ਇਹ ਉਹੇ ਹੀ ਨੇ, ਪੂਰਨ ਪੁਰਖ ਹੀ ਹਨ। ਦੋਹਰਾ ਅਬ ਮੁਝ ਦਰਸ਼ਨ ਦੇ ਜੇ ਚਰਨ ਸ਼ਰਨ ਆਓ। ਜੇ ਹੁਣ ਮੈਨੂੰ ਦਰਸ਼ਨ ਦੇ ਦੇਣ ਤੇ ਮੈਂ ਇਹਨਾਂ ਦੇ ਚਰਨਾਂ ਦੀ ਸ਼ਰਨ ਆਵਾਂ। ਪੂਰਨ ਪੁਰਖ ਚੁੱਤ ਅਬਨਾਸੀ, ਜਸ ਵੇਦ ਪੁਰਾਣੀ ਗਾਇਆ। ਇਹ ਉਹੀ ਨੇ, ਇਹ ਹੁਣ ਇਹ ਪੂਰਨ ਪਰਮੇਸ਼ਵਰ ਨੇ। ਕਿਰਪਾ ਕਰਨ ਮੇਰੇ ਤੇ, ਮੈਨੂੰ ਆਪਣੇ ਦਰਸ਼ਨ ਦੇਣ ਤੇ ਮੈਂ ਇਹਨਾਂ ਦੇ ਚਰਨਾਂ ਦੀ ਸ਼ਰਨ ਚੱਲ ਕੇ ਆਵਾਂ। ਧਰ ਸ਼ਰਦਾ ਸੇਵਾ ਕਰੋ, ਸਦਾ ਜਪੋ ਤਿਨ ਨਾਉ। ਮੈਂ ਸ਼ਰਧਾ ਧਾਰਨ ਕਰਕੇ ਇਹਨਾਂ ਦੀ ਸੇਵਾ ਕਰਾਂ ਤੇ ਸਦਾ ਸਦਾ ਇਹਨਾਂ ਦਾ ਨਾਮ ਜਪਾਂ। ਜੋ ਪਈ ਦੀਨ ਪਇਓ ਨ੍ਰਿਪ ਸਚਿਵ ਵਿਚਾਰਾ। ਜਦੋਂ ਵਜ਼ੀਰ ਨੇ ਵੇਖਿਆ ਕਿ ਰਾਜਾ ਦੇਵਲੂਤ ਝੁਕ ਗਿਆ ਹੈ, ਵਿਨਿਮਰ ਹੋ ਗਿਆ ਹੈ, ਸ਼ੁੱਧ ਆਤਮੈ ਜਬੇ ਨਿਹਾਰਾ। ਵੇਖਿਆ ਰਾਜੇ ਦਾ ਹਿਰਦਾ ਸ਼ੁੱਧ ਹੋ ਗਿਆ, ਇਹਦੀ ਭਾਵਨਾ ਸ਼ੁੱਧ ਹੋ ਗਈ ਹੈ। ਤਬ ਗਮਨਿਓ ਸ਼੍ਰੀ ਗੁਰੂ ਆਗਾਰੀ। ਫਿਰ ਉਹ ਮੰਤਰੀ ਚੱਲ ਕੇ ਸਤਿਗੁਰਾਂ ਦੇ ਪਾਸ ਆਇਆ। ਬੰਦ ਹਾਥ ਦਵੈ ਬਿਨੇ ਉਚਾਰੀ। ਦੋਵੇਂ ਹੱਥ ਬੰਨ ਕੇ ਸਤਿਗੁਰਾਂ ਨੂੰ ਬੇਨਤੀ ਕਰਨ ਲੱਗਾ। ਪੂਰਨ ਪੁਰਖ ਸਦਾ ਅਬਿਨਾਸ਼ੀ। ਹੇ ਪੂਰਨ ਪੁਰਖ ਸਦਾ ਅਬਿਨਾਸ਼ੀ ਸਤਿਗੁਰੂ ਜੀ। ਗਤ ਦਾਇਕ ਕਾਟਤ ਜਮ ਫਾਸੀ। ਹੇ ਮੁਕਤੀ ਦੇ ਦੇਣ ਵਾਲੇ ਦਾਤੇ, ਇਹ ਜਮਾਂ ਦੀਆਂ ਫਾਈਆਂ ਕੱਟਣ ਵਾਲੇ ਸਤਿਗੁਰੂ ਗਰੀਬ ਨਵਾਜ ਜੀ। ਸੰਤ ਰੂਪ ਸਭ ਕੇ ਸੁਖਦਾਈ। ਇਹ ਸੰਤ ਰੂਪ ਸਤਿਗੁਰੂ ਜੀ, ਇਹ ਸਭ ਨੂੰ ਸੁਖ ਦੇਣ ਵਾਲੇ ਗਰੀਬ ਨਵਾਜ ਜੀ। ਅਬ ਪ੍ਰਤੀਤ ਤੁਮਾਰੀ ਆਈ। ਮਹਾਰਾਜ ਹੁਣ ਰਾਜੇ ਦੇਵਲੂਤ ਨੂੰ ਵੀ ਤੁਹਾਡੀ ਪ੍ਰਤੀਤ ਆ ਗਈ ਹੈ, ਇਹਨੂੰ ਵੀ ਤੁਹਾਡਾ ਭਰੋਸਾ ਵੱਜ ਗਿਆ ਹੈ। ਬਿਨ ਪਰ ਮੇਰ ਦ੍ਰਿਸ਼ਟ ਨਿਜ ਕੀਜੈ। ਮਹਾਰਾਜ ਹੁਣ ਇਹਨਾਂ ਤੇ ਆਪਣੀ ਮਿਹਰ ਦ੍ਰਿਸ਼ਟੀ ਕਰੋ, ਇਨ ਪਰ ਮਿਹਰ ਦ੍ਰਿਸ਼ਟ ਨਿਜ ਕੀਜੈ। ਆਪਣੀ ਮਿਹਰਾਂ ਭਰੀ ਦ੍ਰਿਸ਼ਟੀ ਹੁਣ ਇਹਦੇ ਤੇ ਕਰੋ। ਪ੍ਰਗਟ ਭੂਪ ਕੋ ਦਰਸ਼ਨ ਦੀਜੈ। ਮਹਾਰਾਜ ਪ੍ਰਗਟ ਹੋ ਕੇ ਰਾਜੇ ਨੂੰ ਦਰਸ਼ਨ ਦਿਓ, ਆਪਣੇ ਦਰਸ਼ਨ ਦੇ ਕੇ ਨਿਹਾਲ 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 ਕਰ ਦਿਓ। ਸੁਨੀ ਅਕਪਟ ਸਚਿਵ ਕੀ ਬਾਣੀ। ਜਦੋਂ ਮੰਤਰੀ ਨੇ ਕਪਟ ਵਿਹੂਣੇ ਹੋ ਕੇ ਗੁਰਦੇਵ ਨੂੰ ਇਉਂ ਬੇਨਤੀ ਕੀਤੀ, ਬਿਨੈ ਦੇਖ ਬੋਲੇ ਗੁਣ ਖਾਨੀ। ਇਹਦੀ ਬਿਨਾਂ ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ, ਭੂਪਤ ਲੋਚਨ ਖੋਲੋ ਨੀਕੇ। ਆਵਾਜ਼ ਮਾਰ ਕੇ ਆਖਿਆ ਰਾਜਾ ਦੇਵਲੂਤ, ਨੇਤਰ ਖੋਲ ਕੇ ਵੇਖ। ਦੇਖੋ ਹਮ ਦਿਸ਼ ਆਏ ਨਜੀਕੇ। ਆ ਵੇਖ ਸਾਡੇ ਵੱਲ, ਅਸੀਂ ਤੇਰੇ ਕੋਲ ਹੀ ਬੈਠੇ ਹਾਂ। ਸੁਨੀ ਕਾਨ ਮੈਂ ਜਬ ਗੁਰੂ ਬਾਣੀ। ਜਦੋਂ ਸਤਿਗੁਰੂ ਜੀ ਦੇ ਬਚਨ ਰਾਜੇ ਨੇ ਕੰਨਾਂ 'ਚ ਸੁਣੇ, ਖੁੱਲ ਗਏ ਲੋਚਨ ਪਾਤਾ ਮਹਾਨੀ। ਇੱਕਦਮ ਇਹਦੇ ਨੇਤਰ ਖੁੱਲ ਗਏ। ਜਿਹੜਾ ਅੰਧਕਾਰ ਨੇਤਰਾਂ ਅੱਗੇ ਛਾਇਆ ਹੋਇਆ ਸੀ, ਉਹ ਅੰਧਕਾਰ ਇੱਕਦਮ ਦੂਰ ਹੋ ਗਿਆ। ਕਮਲ ਬਦਨ ਕੋ ਜਬਈ ਦੇਖਾ। ਸਾਹਮਣੇ ਮਹਾਰਾਜ ਜੀ ਦਾ ਕਮਲ ਜੈਸਾ ਖਿੜਿਆ ਮੁਖ ਮੰਡਲ ਉਹ ਰਾਜੇ ਦੇਵਲੂਤ ਨੇ ਵੇਖਿਆ, ਦਰਸ਼ਨ ਕੀਤੇ। ਪਰਿਓ ਚਰਨ ਕਰ ਪ੍ਰੇਮ ਵਿਸ਼ੇਖਾ। ਭਾਰੀ ਵਿਸ਼ੇਸ਼ ਪ੍ਰੇਮ ਹਿਰਦੇ 'ਚ ਧਾਰਨ ਕਰਕੇ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦੇ ਉੱਤੇ ਰਾਜਾ ਦੇਵਲੂਤ ਝੁਕ ਗਿਆ। ਲਖ ਕਰ ਕਲਾ ਵਿਸਾਲ ਮਹੀਪਾ। ਸਤਿਗੁਰੂ ਜੀ ਦੀ ਵਿਸ਼ਾਲ ਕਲਾ ਵੇਖ ਕੇ, ਗੁਰਦੇਵ ਦੀ ਮਹਾਨ ਕਲਾ ਵੇਖ ਕੇ ਬਿਨੇ ਬਖਾਨੀ ਬੈਠ ਸਮੀਪਾ। ਕੋਲ ਆ ਕੇ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਬੋਲਿਆ, ਬੇਨਤੀ ਕਰਦਾ ਕਹਿਣ ਲੱਗਾ, ਕਰੀ ਅਵਗਿਆ ਰਾਵਰ ਜੋ। ਮਹਾਰਾਜ ਖਿਮਾ ਕਰਿਓ, ਖਿਮਾ ਕਰਿਓ, ਖਿਮਾ ਨਿਧ ਸੁਆਮੀ, ਮੈਂ ਜੋ ਤੁਹਾਡੀ ਅਵਗਿਆ ਕੀਤੀ ਹੈ। ਕਿਰਪਾ ਧਾਰ ਬਖਸ਼ੋ ਤੁਮ ਸੋ। ਹੇ ਬਖਸ਼ੰਦ ਸੁਆਮੀ, ਕਿਰਪਾ ਕਰਕੇ ਮੈਨੂੰ ਬਖਸ਼ ਲਓ। ਮੈਂ ਜੋ ਅਵਗਿਆ ਕੀਤੀ ਹੈ ਆਪ ਜੀ ਦੀ, ਆਪ ਜੀ ਬਖਸ਼ ਲਓ। ਚਲੋ ਨਗਰ ਮੈਂ ਕਰੋ ਬਸੇਰਾ। ਚਲੋ ਨਗਰ ਵਿੱਚ ਚੱਲ ਕੇ ਆਪ ਜੀ ਆਪਣਾ ਨਿਵਾਸ ਕਰੋ। ਸਭ ਰਾਖਸ਼ ਦਲ ਲਖ ਕਰ ਚੇਰਾ। ਮਹਾਰਾਜ ਜਿੰਨਾ ਦਲ ਮੇਰੇ ਨਾਲ ਹੈ ਰਾਖਸ਼ਾਂ ਦਾ, ਇਹ ਸਭ ਤੁਹਾਡਾ ਚੇਰਾ ਹੈ, ਇਹਨੂੰ ਆਪਣਾ ਸੇਵਕ ਜਾਣੋ। ਇਹ ਹੁਣ ਸਾਰੇ ਤੁਹਾਡੇ ਦਾਸ ਨੇ ਗਰੀਬ ਨਵਾਜ। ਆਪ ਜੀ ਚੱਲ ਕੇ ਨਗਰ 'ਚ ਚਰਨ ਪਾ ਕੇ ਸਾਨੂੰ ਕਿਰਤਾਰਥ ਕਰੋ। ਹੋਏ ਦੀਨਪੁਰ ਕੋ ਲੈ ਆਏ। ਇਉਂ ਦੀਨ ਹੋ ਕੇ ਸਤਿਗੁਰਾਂ ਨੂੰ ਬੇਨਤੀ ਕਰਕੇ ਇਹ ਆਪਣੇ ਨਗਰ ਵਿੱਚ ਸਾਹਿਬ ਜੀ ਨੂੰ, ਭਾਈ ਬਾਲਾ ਤੇ ਭਾਈ ਮਰਦਾਨਾ ਜੀ ਨੂੰ ਲੈ ਕੇ ਆਏ। ਸੁੰਦਰ ਮੰਦਰ ਵਿੱਚ ਬਸਾਏ। ਬੜਾ ਸੋਹਣਾ ਮਕਾਨ ਬਣਿਆ ਹੋਇਆ,
ਉਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਤਾਰਾ ਕਰਵਾਇਆ। ਸੇਵਾ ਕਰਨ ਲਗੇ ਮਨ ਪਾਈ, ਮਨ ਭਾਉਂਦੀ ਸੇਵਾ ਸਾਹਿਬ ਜੀ ਦੀ ਕਰਨ ਲੱਗੇ। ਬਾਰ ਬਾਰ ਬੰਦੇ ਸਿਰ ਨਾਈ, ਬਾਰ ਬਾਰ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਝੁਕਾਉਂਦੇ, ਬਾਰ ਬਾਰ ਮਹਾਰਾਜ ਜੀ ਨੂੰ ਬੰਦਨਾ ਕਰਦੇ ਹਨ। ਦੋਹਰਾ ਸ਼੍ਰੀ ਗੁਰ ਚਰਨ ਖਗੇਸ਼ ਸਮ, ਜਾਏ ਸ਼ਰਨ ਤਿਨ ਕੋਏ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨ ਇਉਂ ਸਮਝ ਲਓ ਜਿਵੇਂ ਗਰੜ ਹੁੰਦਾ ਨਾ, ਪੰਛੀਆਂ ਦਾ ਰਾਜਾ। ਉਦਾਹਰਣ ਦੇ ਰਹੇ ਨੇ, ਉਦਾਹਰਣ ਦਾ ਇੱਕ ਪਕਸ਼ੀ ਲੈਣਾ। ਕਹਿੰਦੇ ਗੁਰੂ ਸਾਹਿਬ ਜੀ ਦੇ ਚਰਨ ਇਉਂ ਨੇ ਜਿਵੇਂ ਗਰੜ ਹੋਵੇ, ਜਿਹੜਾ ਸਤਿਗੁਰਾਂ ਦੀ ਸ਼ਰਨ ਰੂਪੀ ਗਰੜ ਰੂਪੀ ਸ਼ਰਨਾਂ ਦੇ ਵਿੱਚ, ਚਰਨਾਂ ਦੀ ਸ਼ਰਨ ਚ ਕੋਈ ਚਲਾ ਜਾਏ। ਜਗ ਬੰਧਨ ਇਹ ਰਾਜ ਸੇ, ਮੁਕਤੈ ਤਿਨ ਤੇ ਸੋਏ। ਜਗਤ ਦੇ ਜਿਹੜੇ ਬੰਧਨ ਨੇ ਨਾ, ਉਹ ਵਿਸ਼ੈਲੇ ਸੱਪਾਂ ਵਾਂਗੂ ਨੇ। ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰ ਲੈਂਦਾ, ਉਹ ਖੜਗ, ਉਹ ਇਉਂ ਨੇ ਜਿਵੇਂ ਖਗੇਸ਼ ਗਰੁੜ ਪੰਛੀ ਹੁੰਦਾ। ਗਰੁੜ ਦਾ ਮੰਤਰ ਪੜ੍ਹ ਕੇ ਸੱਪ ਦੂਰ ਹੋ ਜਾਂਦੇ ਆ, ਭੱਜ ਜਾਂਦੇ ਆ। ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰਕੇ ਜਗਤ ਦੇ ਬੰਧਨ ਕੱਟੇ ਜਾਂਦੇ। ਹਾਂਜੀ। ਚੌਪਈ ਸੁਨੋ ਗੁਰੂ ਅੰਗਤ ਗਤ ਦਾਨੀ। ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਨੇ। ਹੇ ਮੁਕਤੀ ਦਾਤੇ ਗੁਰੂ ਅੰਗਦ ਦੇਵ ਸਾਹਿਬ ਜੀ, ਸੁਣੋ। ਕਥਾ ਰਸਾਲ ਵਿਸਾਲ ਸੁਹਾਨੀ, ਬੜੀ ਰਸ ਭਰੀ ਵਿਸ਼ਾਲ ਕਥਾ ਮਹਾਰਾਜ ਜੀ ਦੀ ਸੁਣੋ। ਦੇਵ ਲੂਤ ਨਿਜ ਪ੍ਰਿਤ ਬੁਲਾਏ। ਦੇਵ ਲੂਤ ਨੇ ਆਪਣੇ ਨੌਕਰ ਬੁਲਾਏ, ਆਪਣੇ ਅਹਿਲਕਾਰ ਬੁਲਾਏ ਰਾਜੇ ਨੇ। ਤੂਰਨ ਰਾਖਸ਼ ਸਪਤ ਪਠਾਏ। ਛੇਤੀ ਨਾਲ ਆਪਣੇ ਸਿਪਾਹੀ ਭੇਜੇ, ਆਪਣੇ ਚੇਲੇ ਭੇਜੇ। ਤਿਨ ਤੇ ਫਲ ਮਧੁਰੇ ਮੰਗਵਾਏ। ਵਧੀਆ ਵਧੀਆ ਮਿੱਠੇ ਫਲ ਫਰੂਟ ਜਿਹੜਾ ਸੀ ਉਹ ਮੰਗਾਇਆ। ਉੱਤਮ ਔਰ ਅੰਨ ਅਨਿਵਾਏ। ਕਈ ਤਰ੍ਹਾਂ ਦੇ ਜਿਹੜੇ ਉੱਤਮ ਅਨਾਜ ਸਨ ਉਹ ਮੰਗਾਏ। ਕਰੁਣਾ ਨਿਧ ਕੇ ਧਰੇ ਅਗਾਰੀ। ਉਹ ਫਲ ਤੇ ਅਨਾਜ ਲਿਆ ਕੇ ਸਤਿਗੁਰੂ ਜੀ ਦੇ ਸਨਮੁਖ ਰੱਖਿਆ। ਹੱਥ ਜੋੜ ਕਰ ਗਿਰਾ ਉਚਾਰੀ। ਰਾਜਾ ਦੇਵਲੂਤ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬੇਨਤੀ ਕਰਦਾ ਕਹਿਣ ਲੱਗਾ। ਦੋਹਰਾ ਕਰੋ ਰਸੋਈ ਸੰਤ ਜੀ, ਭੋਜਨ ਅਚੋ ਬਣਾਏ। ਹੇ ਸੰਤ ਜੀ, ਇਹ ਭੋਜਨ ਆਪ ਜੀ ਰਸੋਈ ਕਰੋ ਤੇ ਛਕੋ। ਇਹ ਫਲ ਆਦਿਕ ਨੇ ਆਪ ਜੀ ਗ੍ਰਹਿਣ ਕਰੋ। ਸ਼ਰਧਾ ਪੂਰਨ ਕੀਜੀਏ, ਸੁਨ ਸ਼੍ਰੀ ਗੁਰੂ ਆਲਾਏ। ਮਹਾਰਾਜ ਮੇਰੀ ਸ਼ਰਧਾ ਪੂਰਨ ਕਰੋ। ਜਦੋਂ ਰਾਜੇ ਦੇਵਲੂਤ ਨੇ ਉਹ ਬੇਨਤੀ ਕੀਤੀ, ਸੁਣ ਕੇ ਗਰੀਬ ਨਵਾਜ ਸਾਹਿਬ ਜੀ ਬੋਲੇ। ਜੋ ਪਈ ਸ਼ੁਭ ਉਪਦੇਸ਼ ਜਿਲਿਓ ਹਮਾਰਾ। ਮਹਾਰਾਜ ਜੀ ਕਹਿੰਦੇ, ਰਾਜਾ ਦੇਵਲੂਤ, ਇੱਕ ਸ਼ਰਤ ਤੇ ਤੇਰਾ ਅੰਨ ਪਾਣੀ ਗ੍ਰਹਿਣ ਕਰਾਂਗੇ, ਜੇ ਤੂੰ ਸਾਡਾ ਸ਼ੁਭ ਉਪਦੇਸ਼ ਗ੍ਰਹਿਣ ਕਰੇ। ਜੇ ਸਾਡੇ ਉਪਦੇਸ਼ ਦਾ ਧਾਰਨੀ ਹੋਵੇ, ਅਸਨ ਕਰੇ ਤਬੇ ਅੰਗੀਕਾਰਾ। ਤਾਂ ਤੇਰਾ ਇਹ ਅੰਨ ਪਾਣੀ ਅਸੀਂ ਅੰਗੀਕਾਰ ਕਰਾਂਗੇ। ਯੋ ਨੈ ਤੁਮਰੋ ਖਾਏ ਕਦਾਪੀ। ਤੇ ਜੇ ਤਾਂ ਸਾਡਾ ਉਪਦੇਸ਼ ਨਹੀਂ ਸੁਣਨਾ, ਨਹੀਂ ਗ੍ਰਹਿਣ ਕਰਨਾ, ਤੇ ਫਿਰ ਅਸੀਂ ਕਦਾਪੀ ਵੀ ਤੇਰਾ ਇਹ ਅੰਨ ਪਾਣੀ ਗ੍ਰਹਿਣ ਨਹੀਂ ਕਰਾਂਗੇ। ਹੋ ਸਭ ਜੀਵਨ ਕੇ ਸੰਤਾਪੀ। ਤੂੰ ਤਾਂ ਜੀਵਾਂ ਦਾ ਘਾਤੀਆਂ, ਜੀਵਾਂ ਨੂੰ ਮਾਰਦਾ, ਬੰਦਿਆਂ ਤੱਕ ਮਾਰ ਕੇ ਖਾ ਜਾਂਦਾ। ਦੇਵ ਲੂਤ ਕਹਿ ਜੈ ਬਿਦ ਕਹਿ ਹੋ। ਅੱਗੋਂ ਰਾਜਾ ਦੇਵਲੂਤ ਹੱਥ ਜੋੜ ਕੇ ਕਹਿੰਦਾ, ਸਾਹਿਬ ਅੱਜ ਤੋਂ ਬਾਅਦ ਮੈਂ ਤੁਹਾਡਾ ਮੁੱਲ ਖਰੀਦਿਆ ਗੋਲਾ ਹਾਂ। ਜਿੱਧਰ ਲਾਓਗੇ ਤਿੱਧਰ ਲੱਗਾਂਗਾ ਗਰੀਬ ਨਵਾਜ, ਜੋ ਆਪ ਜੀ ਫਰਮਾਓਗੇ ਮੈਂ ਕਰਾਂਗਾ। ਸ਼੍ਰੀ ਪ੍ਰਭ ਜੀ ਤਿਸ ਬਿਦ ਮੈਂ ਰਹਿ ਹੋ। ਜਿਵੇਂ ਰੱਖੋਗੇ ਮੇਰੇ ਸਾਹਿਬ ਮੈਂ ਤਿਵੇਂ ਰਹਾਂਗਾ। ਕਰੋ ਆਪ ਉਪਦੇਸ਼ੈ ਜੋਈ। ਜੋ ਉਪਦੇਸ਼ ਆਪ ਜੀ ਕਿਰਪਾ ਕਰਕੇ ਮੈਨੂੰ ਕਰੋਗੇ, ਸੁਨ ਕਰ ਕਰੋ ਕ੍ਰਿਤ ਮੈਂ ਸੋਈ। ਮੈਂ ਉਸੇ ਤਰ੍ਹਾਂ ਦੀ ਕ੍ਰਿਤ ਕਰਾਂਗਾ ਸਤਿਗੁਰੂ ਜੀ। ਪਾ ਅਨੁਸਾਰ ਪਿਖਿਓ ਗੁਣ ਖਾਨੀ। ਮਹਾਰਾਜ ਜੀ ਨੇ ਵੇਖਿਆ ਰਾਜਾ ਦੇਵਲੂਤ ਅਨਸਾਰੀ ਹੋ ਗਿਆ, ਸਾਡੀ ਆਗਿਆ ਵਿੱਚ ਆ ਗਿਆ। ਕੋ ਮਤ ਕਦਨ ਕੋ ਬੋਲੇ ਬਾਣੀ। ਇਹਦੀ ਖੋਟੀ ਮਤ ਰਾਖਸ਼ਾਂ ਵਾਲੀ ਦੂਰ ਕਰਨ ਵਾਸਤੇ ਸਾਹਿਬ ਜੀ ਬੋਲੇ। ਪ੍ਰਿਤਮ ਤਜੋ ਆਮਿਕ ਕੋ ਖਾਨਾ। ਮਹਾਰਾਜ ਜੀ ਕਹਿੰਦੇ, ਰਾਜਾ ਦੇਵਲੂਤ, ਪਹਿਲਾਂ ਜਿਹੜਾ ਮਾਸ ਭਖਣਾ ਹੈ ਇਹ ਖਾਣਾ ਛੱਡ ਦੇ। ਖਾਲਸਾ ਜੀ, ਇਹ ਬਚਨ ਗੁਰਦੇਵ ਨੇ ਰਾਖਸ਼ੀ ਬਿਰਤੀ ਧਾਰਨ ਕਰਕੇ ਬੰਦਿਆਂ ਤੱਕ ਦਾ ਵੀ ਮਾਸ ਭਖ ਜਾਂਦਾ ਹੈ।
ਪਹਿਲਾਂ ਇਹ ਮਾਸ ਭਖਣਾ ਖਾਣਾ ਛੱਡ ਦੇ, ਕਰੋ ਜਾਸਿਤ ਜੀਵਨ ਹਾਨਾ। ਜਿਹਦੇ ਵਾਸਤੇ ਤੂੰ ਜੀਵਾਂ ਨੂੰ ਮਾਰਦਾ ਹੈ, ਰਾਖਸ਼ੀ ਬਿਰਤੀ ਨਾਲ ਮਾਰਦਾ ਹੈ, ਇਹ ਸ਼ਿਕਾਰ ਕਰਨਾ ਜੀਵਾਂ ਨੂੰ ਮਾਰਨਾ ਛੱਡ ਦੇ। ਖਾਲਸਾ ਜੀ, ਹੁਣ ਕੋਈ ਸਵਾਲ ਕਰੇ ਕਿ ਪਹਿਲੇ ਜਾਮੇ 'ਚ ਸਾਹਿਬ ਕਹਿ ਰਹੇ ਨੇ ਰਾਜੇ ਦੇਵਲੂਤ ਨੂੰ ਤੂੰ ਸ਼ਿਕਾਰ ਨਹੀਂ ਕਰਨਾ, ਜੀਵ ਨਹੀਂ ਮਾਰਨੇ ਮਾਸ ਵਾਸਤੇ, ਮਾਸ ਖਾਣ ਵਾਸਤੇ ਜੀਵ ਨਹੀਂ ਮਾਰਨੇ। ਜਿਵੇਂ ਜਾਮੇ 'ਚ ਮਹਾਰਾਜ ਜੀ ਸ਼ਿਕਾਰ ਖੇਡਦੇ ਆ, ਜੀਵ ਮਾਰਦੇ ਆ, ਗੱਲ ਉਲਟ। ਖਾਲਸਾ ਜੀ, ਰਾਖਸ਼ੀ ਬਿਰਤੀ ਦੇ ਨਾਲ ਜਾਨਵਰਾਂ ਨੂੰ ਮਾਰ ਕੇ ਕੇਵਲ ਮਾਸ ਖਾਣ ਵਾਸਤੇ ਜਾਨਵਰਾਂ ਨੂੰ ਮਾਰਨਾ, ਉਹਦੇ ਲਈ ਗੁਰੂ ਨਾਨਕ ਸਾਹਿਬ ਵਰਜ ਰਹੇ ਹੈ। ਤੇ ਜੰਗ ਦੇ ਮੈਦਾਨ ਵਿੱਚ ਲੜਨ ਵਾਸਤੇ, ਜੰਗੀ ਬਿਰਤੀ ਬਣਾਉਣ ਵਾਸਤੇ, ਸ਼ਿਕਾਰ ਖੇਡਣ ਲਈ ਜਿਵੇਂ ਪਾਤਸ਼ਾਹ ਆਗਿਆ ਕਰ ਰਹੇ ਨੇ ਸ਼ਿਕਾਰ ਖੇਡਣ ਦੀ। ਸਤਿ ਸ੍ਰੀ ਅਕਾਲ। ਇਸ ਕਰਕੇ ਦੋਵੇਂ ਸੰਦਰਭ ਵੱਖੋ ਵੱਖਰੇ ਨੇ, ਪਰਿਸਥਿਤੀਆਂ ਵੱਖੋ ਵੱਖਰੀਆਂ ਨੇ ਦੋਵੇਂ। ਇਹ ਰਾਖਸ਼ੀ ਬਿਰਤੀ ਕੇਵਲ ਮਾਸ ਦਾ ਰਸ ਲੈਣ ਵਾਸਤੇ ਸ਼ਿਕਾਰ ਖੇਡਣਾ, ਬੰਦੇ ਤੱਕ ਮਾਰ ਕੇ ਖਾ ਜਾਣ ਦੀ, ਕਿੱਡਾ ਵੱਡਾ ਰਾਖਸ਼ ਹੋਵੇਗਾ। ਸਤਿਗੁਰੂ ਜੀ ਨੇ ਸਿੱਧਾ ਹੀ ਵਰਗ ਦਿੱਤਾ ਵੀ ਤੂੰ ਖਾਣਾ ਹੀ ਨਹੀਂ ਕਿਸੇ ਪ੍ਰਕਾਰ ਦਾ ਮਾਸ, ਭਖਣਾ ਹੀ ਨਹੀਂ ਹੈ, ਕਿਉਂਕਿ ਮਾਸ ਖਾਣ ਵਾਸਤੇ ਫਿਰ ਤੂੰ ਸ਼ਿਕਾਰ ਖੇਡੇਗਾ, ਜੀਵਾਂ ਨੂੰ ਮਾਰੇਗਾ, ਤੇਰੀ ਬਿਰਤੀ ਰਾਖਸ਼ਾਂ ਵਾਲੀ ਪਹਿਲਾਂ ਹੀ ਬਣੀ ਹੋਈ ਹੈ, ਹੋਰ ਜ਼ਿਆਦਾ ਕਰੂਰ ਹੋ ਜਾਏਗਾ। ਤੇਰੇ ਅੰਦਰ ਦਇਆ ਭਾਵ ਚਾਹੀਦਾ, ਤੂੰ ਰਾਜਾ ਹੈ। ਗਰੀਬਨ ਵਾਗ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਪਹਿਲਾਂ ਆਹ ਬਿਰਤੀ ਛੱਡ ਦੇ। ਸਿਮਰੋ ਬਹੁਰ ਨਾਮ ਸੁਖ ਪਾਈ। ਔਰ ਪਰਮੇਸ਼ਰ ਦਾ ਨਾਮ ਸਿਮਰ, ਜਿਸ ਕਰਕੇ ਤੈਨੂੰ ਸੁਖ ਦੀ ਪ੍ਰਾਪਤੀ ਹੋਵੇਗੀ। ਦ્વੈ ਲੋਕਨ ਜੋ ਹੋਤ ਸਹਾਈ। ਇਹ ਨਾਮ ਹੀ ਆ, ਦੋਵਾਂ ਜਹਾਨਾਂ 'ਚ ਇਹਨੇ ਸਹਾਈ ਹੋਣਾ। ਰਾਜਾ ਦੇਵਲੂਤ ਧਿਆਨ ਨਾਲ ਸੁਣ, ਇਸ ਨਾਮ ਤੋਂ ਬਿਨਾ ਕਿਸੇ ਨੇ ਸਹਾਇਤਾ ਨਹੀਂ ਕਰਨੀ। ਚਿਰੰਕਾਲ ਪਾ ਤੁਮ ਕੁਲ ਮਾਈ। ਬੜਾ ਅਰਸਾ ਹੋ ਗਿਆ, ਸਤਯੁਗ ਦਾ ਵੇਲਾ ਸੀ, ਤੇਰੀ ਰਾਖਸ਼ਾਂ ਦੀ ਕੁੱਲ ਸੀ, ਤੇਰੇ ਰਾਖਸ਼ਾਂ ਦੀ ਕੁੱਲ ਦੇ ਵਿੱਚ ਜਿਹੜੀ ਤੇਰੀ ਪੁਰਾਤਨ ਕੁੱਲ ਹੈ। ਭਇਓ ਪ੍ਰਹਿਲਾਦ ਜਪਿਓ ਮੁਖ ਤਾਈ। ਉਹਨਾਂ ਰਾਖਸ਼ਾਂ ਦੀ ਕੁੱਲ ਵਿੱਚ, ਤੇਰੀ ਕੁੱਲ ਵਿੱਚ ਹੀ ਕਿੱਡੇ ਵੱਡੇ ਮਹਾਂਪੁਰਸ਼ ਹੋਏ ਭਗਤ ਪ੍ਰਹਿਲਾਦ ਜੀ, ਜਿਨ੍ਹਾਂ ਪਰਮੇਸ਼ਰ ਦਾ ਨਾਮ ਜਪਿਆ। ਰਾਖਸ਼ਾਂ ਦੀ ਕੁੱਲ ਹਰਨਾਕਸ਼ ਰਾਖਸ਼ ਸੀ, ਜਿਹਦੇ ਘਰ ਪ੍ਰਹਿਲਾਦ ਜੀ ਦਾ ਜਨਮ ਹੋਇਆ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕੀਤੀ। ਦ્વੈ ਲੋਕਨ ਮੈਂ ਤਾਂ ਕੀ ਰਾਖੀ। ਤੇ ਦੋਵਾਂ ਜਹਾਨਾਂ 'ਚ ਪਾਰ ਬ੍ਰਹਮ ਪਰਮੇਸ਼ਰ ਨੇ ਆਪਣੇ ਭਗਤ ਪ੍ਰਹਿਲਾਦ ਦੀ ਰੱਖੀ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਮਹਾਰਾਜ ਸਾਹਿਬ ਨੇ ਆਪਣਿਆਂ ਸੇਵਕਾਂ ਦੀ ਲਾਜ ਰੱਖੀ ਦੋਹਾਂ ਜਹਾਨਾਂ 'ਚ, ਇਸ ਲੋਕ ਵਿੱਚ ਵੀ ਰੱਖੀ ਹੈ ਤੇ ਪਰਲੋਕ ਵਿੱਚ ਵੀ ਰੱਖੀ ਹੈ। ਚਲੀ ਜਾਤੇ ਅਜ ਹੂੰ ਲੋ ਸਾਖੀ। ਉਹ ਸਾਖੀ ਹੈ ਰਾਜਾ ਦੇਵਲੂਤ, ਹੁਣ ਤੱਕ ਚੱਲੀ ਆਉਂਦੀ। ਜਦੋਂ ਕਿਹਾ ਜਾਂਦਾ ਨਾ ਵੀ ਭਗਤਾਂ ਦੀ ਪੈਜ ਰੱਖਦਾ ਪਰਮੇਸ਼ਰ, ਤੇ ਸਭ ਤੋਂ ਪਹਿਲਾਂ ਨਾਮ ਆਉਂਦਾ ਮਹਾਰਾਜ ਭਗਤ ਪ੍ਰਹਿਲਾਦ ਜੀ ਦਾ। ਇਹ ਕਿਵੇਂ ਵਾਹਿਗੁਰੂ ਨੇ ਆਪਣੇ ਭਗਤਾਂ ਦੀ ਪੈਜ ਰੱਖੀ ਹੈ, ਉਹਨਾਂ ਦੀ ਸਾਖੀ ਹੁਣ ਤੱਕ ਚੱਲਦੀ ਆਉਂਦੀ ਹੈ। ਹਰਨਾਕਸ਼ ਪਿਤ ਬਹੁ ਦੁਖ ਦੀਨੋ। ਉਹਦੇ ਪਿਤਾ ਹਰਨਾਕਸ਼ ਰਾਖਸ਼ ਨੇ ਕਿੰਨੇ ਦੁੱਖ ਦਿੱਤੇ ਮਹਾਰਾਜ ਭਗਤ ਪ੍ਰਹਿਲਾਦ ਜੀ ਦੀ ਸਾਰੀ ਸਾਖੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਕਹਿੰਦੇ ਕਿਤਨਾ ਦੁੱਖ ਦਿੱਤਾ, ਕਿਤਨੀਆਂ ਤਕਲੀਫਾਂ ਦਿੱਤੀਆਂ। ਤਦਪ ਨਾਮ ਕੋ ਤਜਨ ਨਾ ਕੀਨੋ। ਫਿਰ ਵੀ ਉਹਨੇ ਨਾਮ ਨਹੀਂ ਛੱਡਿਆ। ਉਹ ਕਹਿੰਦਾ ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਇਹ ਨਹੀਂ ਛੱਡਣਾ, ਇਹ ਨਹੀਂ ਤਿਆਗਣਾ। ਉਹਨੇ ਫਿਰ ਵੀ ਪਰਮੇਸ਼ਰ ਦੇ ਨਾਮ ਦਾ ਤਿਆਗ ਨਹੀਂ ਕੀਤਾ। ਪ੍ਰਭ ਕੀ ਭਗਤ ਕਰੋ ਮਨ ਲਾਈ। ਇਸ ਕਰਕੇ ਰਾਜਾ ਦੇਵਲੂਤ ਹਾਲੇ ਵੀ ਵੇੜਾ ਪਰਮੇਸ਼ਰ ਦੀ ਭਗਤੀ ਕਰ ਲਿਬਲਾ ਕੇ ਅਕਾਲ ਪੁਰਖ ਨਾਲ। ਜੇ ਹਰਨਾਕਸ਼ ਦੇ ਘਰ 'ਚ ਰਾਖਸ਼ਾਂ ਦੀ ਕੁੱਲ 'ਚ ਜਨਮ ਕੇ ਪ੍ਰਹਿਲਾਦ ਭਗਤੀ ਕਰ ਸਕਦਾ ਹੈ, ਤੇ ਰਾਜਾ ਦੇਵਲੂਤ ਤੂੰ ਰਾਖਸ਼ਾਂ ਦੇ ਘਰ ਜਨਮ ਲੈ ਕੇ ਤੂੰ ਕਿਉਂ ਨਹੀਂ ਭਗਤੀ ਕਰ ਸਕਦਾ? ਤੂੰ ਵੀ ਕਰ ਸਕਦਾ ਹੈ। ਪਰਮੇਸ਼ਰ ਦੀ ਭਗਤੀ ਕਰ ਅਕਾਲ ਪੁਰਖ ਨਾਲ ਲਿਬਲਾ ਕੇ। ਵਿਖੋ ਬਿਬੀਖਨ ਹੈ ਅਬ ਤਾਈ। ਫਿਰ ਰਾਖਸ਼ਾਂ ਦੀ ਕੁੱਲ 'ਚ ਰਾਵਣ ਦਾ ਭਰਾ ਭਗਤ ਵਿਭੀਸ਼ਣ ਭਗਤ ਲਿਖਿਆ ਹੈ, ਤੇ ਉਹ ਗੁਰਮੁਖ ਭਗਤ ਵਿਭੀਸ਼ਣ। ਹਾਂਜੀ, ਤੈਂ ਕੋ ਪ੍ਰਾਤ
ਹੁਤੋ ਜਗ ਰਾਵਨ। ਕਹਿੰਦੇ ਉਹਦਾ ਭਰਾ ਸੀ ਰਾਵਣ, ਜਗਤ ਦੇ ਵਿੱਚ ਰਾਖਸ਼। ਹਨਿਓ ਸੋ ਰਾਮ ਚੰਦ ਜਸ ਪਾਵਨ। ਕਹਿੰਦੇ ਜਦੋਂ ਰਾਮਚੰਦਰ ਜੀ ਨੇ ਉਸ ਨੂੰ ਮਾਰਿਆ, ਪਾਵਨ ਜਸ ਲਿਆ ਉਹਨੂੰ ਮਾਰ ਕੇ, ਆਪਣੋ ਭਗਤ ਬਭੀਖਨ ਜਾਨਾ। ਵਿਭੀਸ਼ਣ ਜੀ ਨੂੰ ਆਪਣਾ ਭਗਤ ਜਾਣਿਆ, ਲੰਕ ਰਾਜ ਦੇ ਅਮਰ ਕਰਾਨਾ। ਔਰ ਲੰਕਾ ਦਾ ਰਾਜ ਦੇ ਕੇ ਉਹਨੂੰ ਅਮਰ ਕੀਤਾ, ਕਿਉਂਕਿ ਵਿਭੀਸ਼ਣ ਨੇ ਭਗਤੀ ਕੀਤੀ, ਨਾਮ ਜਪਿਆ। ਤਿਨ ਕੀ ਦਿਸ਼ ਦੇਖੋ ਬਿਦਨੀ ਕੀ। ਵੇਖ ਉਹਨਾਂ ਦੀ ਨੇਕੀ ਵਿਧੀ ਵੇਖ। ਤੁਮ ਪੀ ਕਰੋ ਭਾਵਨਾ ਜੀ ਕੀ। ਤੂੰ ਵੀ ਆਪਣੇ ਹਿਰਦੇ 'ਚ ਭਾਵਨਾ ਰੱਖ ਪਰਮੇਸ਼ਰ ਦੀ। ਕੈ ਅਗ ਤੇ ਰਾਖਸ਼ ਤਨ ਪਾਏ। ਖਬਰੇ ਕਿਹੜਾ ਤੇਰੇ ਕੋਲੋਂ ਪੂਰਬਲੇ ਜਨਮ 'ਚ ਪਾਪ ਹੋਇਆ ਕਿ ਤੈਨੂੰ ਰਾਖਸ਼ਾਂ ਦੀ ਜੂਨ ਮਿਲੀ ਐ। ਅਬ ਕੁਕਰਮ ਜੇ ਲਿਓ ਕਮਾਏ। ਹੁਣ ਜੇ ਇਸ ਰਾਖਸ਼ ਜੂਨੀ 'ਚ ਆ ਕੇ ਹੋਰ ਕੁਕਰਮ ਕਰੇਗਾ, ਹੋਰ ਮਾੜੇ ਭੈੜੇ ਕੰਮ ਕਰੇਗਾ, ਪਾਵੋ ਨਰਕ ਜਾਏ ਦੁਖ ਪਾਰੀ। ਫਿਰ ਇਸ ਤੋਂ ਬਾਅਦ ਤਾਂ ਕੁੰਭੀ ਨਰਕਾਂ ਵਿੱਚ ਥਾਂ ਮਿਲੇਗੀ। ਤੈਂ ਤੇ ਕੋਏ ਨਾ ਸਕੇ ਉਬਾਰੀ। ਉੱਥੋਂ ਫਿਰ ਤੈਨੂੰ ਕਿਸੇ ਨੇ ਨਹੀਂ ਕੱਢਣਾ, ਕਿਸੇ ਨੇ ਨਹੀਂ ਬਚਾਉਣਾ। ਤਜੋ ਤਾਮਸੀ ਬ੍ਰਿਤ ਦੁਖਾਰੀ। ਇਸ ਕਰਕੇ ਤਮੋ ਗੁਣੀ ਬਿਰਤੀ ਛੱਡ, ਆ ਜਿਹੜੀ ਤਾਮਸੀ ਬਿਰਤੀ ਇਹਦਾ ਤਿਆਗ ਕਰ। ਕਰੋ ਭਗਤ ਕਰਤਾਰ ਸੁਖਾਰੀ। ਔਰ ਕਰਤਾਰ ਦੀ ਸ਼ਾਂਤ ਕੀ ਭਗਤੀ ਜਿਹੜੀ ਹੈ, ਉਹ ਭਗਤੀ ਕਰ ਪਰਮੇਸ਼ਰ ਦੀ। ਸੁਨਤ ਸ਼੍ਰੋਣ ਓਮੇ ਤਜ ਬੋਲਾ। ਮਹਾਰਾਜ ਜੀ ਦੇ ਬਚਨ ਸੁਣ ਕੇ ਰਾਜਾ ਦੇਵਲੂਤ ਹੰਕਾਰ ਨੂੰ ਛੱਡ ਕੇ ਵਿਨਮਰ ਹੋ ਕੇ ਬੋਲਿਆ, ਅਬ ਹੋ ਤੁਮੇ ਅਨੁਸਾਰ ਅਡੋਲਾ। ਮਹਾਰਾਜ ਹੁਣ ਮੈਂ ਤੁਹਾਡੇ ਅਨੁਸਾਰੀ, ਤੁਹਾਡੇ ਅਧੀਨ ਹਾਂ। ਦਰਸ਼ਨ ਕਰਤ ਪਾਪ ਮਤ ਭਾਗੀ। ਤੁਹਾਡੇ ਦਰਸ਼ਨ ਕਰਦਿਆਂ ਮੇਰੇ ਪਾਪਾਂ ਵਾਲੀ ਮਤ ਭੱਜ ਗਈ ਐ। ਸੁਨ ਕੇ ਬਚਨ ਨਾਮ ਲਿਵ ਲਾਗੀ। ਤੁਹਾਡੇ ਬਚਨ ਸੁਣ ਕੇ ਮਹਾਰਾਜ ਮੇਰੀ ਨਾਮ 'ਚ ਲਿਵ ਲੱਗ ਗਈ ਹੈ। ਤੁਮਰੇ ਚਰਨਨ ਮਨ ਅਨੁਰਾਗਾ। ਮੇਰਾ ਮਨ ਤੁਹਾਡੇ ਚਰਨਾਂ ਦਾ ਅਨੁਰਾਗੀ ਹੋ ਗਿਆ। ਗਰੀਬ ਨਵਾਜ ਭਇਓ ਆਜ ਤੇ ਮੈਂ ਵੱਡ ਭਾਗਾ। ਮੈਂ ਅੱਜ ਤੋਂ ਵੱਡਿਆਂ ਭਾਗਾਂ ਵਾਲਾ ਹੋ ਗਿਆ ਮਹਾਰਾਜ। ਅੱਜ ਤੋਂ ਮੈਂ ਆਪਣੇ ਭਾਗ ਵੱਡੇ ਜਾਣਾਂਗਾ। ਮੇਰੇ ਸਾਹਿਬ ਗੁਰੂ ਧੰਨ ਗੁਰੂ ਨਾਨਕ ਸਾਹਿਬ ਨੇ, ਇਸ ਕਰਕੇ ਮੈਂ ਆਪਣੇ ਭਾਗ ਵੱਡੇ ਜਾਣਦਾ ਹਾਂ। ਤਬਹੂ ਗੁਰੂ ਕੇ ਸਿੱਖਾਂ ਨੂੰ ਇਹ ਭਾਵ ਰੱਖਣਾ ਚਾਹੀਏ ਹਿਰਦੇ 'ਚ, ਸਾਡੇ ਵਰਗੇ ਭਾਗ ਕਿਹਦੇ ਨੇ ਭਲਾ ਸੰਸਾਰ ਵਿੱਚ, ਕਿ ਸਾਡੇ ਗੁਰੂ ਧੰਨ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਹਨ। ਸਤਿ ਸ੍ਰੀ ਅਕਾਲ। ਮਹਾਰਾਜ ਜੀ ਅੱਜ ਤੋਂ ਬਾਅਦ ਮੈਂ ਆਪਣੇ ਭਾਗ ਵੱਡੇ ਜਾਣਾਂਗਾ। ਸੁਨੀਏ ਸ਼੍ਰੀ ਅੰਗਦ ਮੁਝ ਤਾਈ। ਕਹਿੰਦੇ ਉਸ ਵਕਤ ਭਾਈ ਬਾਲਾ ਜੀ ਕਥਾ ਸੁਣਾਉਂਦੇ ਗੁਰੂ ਅੰਗਦ ਸਾਹਿਬ ਨੂੰ। ਮਹਾਰਾਜ ਜਦੋਂ ਏਦਾਂ ਬੇਨਤੀ ਕੀਤੀ ਦੇਵਲੂਤ ਨੇ, ਤਾਂ ਗੁਰੂ ਨਾਨਕ ਸਾਹਿਬ ਜੀ ਮੇਰੇ ਪ੍ਰਤੀ ਬੋਲੇ, ਅਸਨ ਕਰਨ ਗੁਰ ਗਿਰਾ ਅਲਾਈ। ਆਖਿਆ ਭਾਈ ਬਾਲਾ ਜੀ ਤੁਸੀਂ ਭੋਜਨ ਤਿਆਰ ਕਰੋ ਸ਼ਾਂਤ ਕੀ ਬਿਰਤੀ ਨਾਲ। ਤੈ ਚਿਨਕੀਨ ਆਹਾਰ ਤਿਆਰਾ। ਭਾਈ ਬਾਲਾ ਜੀ ਕਹਿੰਦੇ ਮੈਂ ਆਪਣੇ ਹੱਥੀਂ ਭੋਜਨ ਤਿਆਰ ਕੀਤਾ। ਅਚਵਨ ਲਗੇ ਰੂਪ ਕਰਤਾਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਭੋਜਨ ਛਕਣ ਲੱਗੇ। ਰਾਖਸ਼ ਰਾਜ ਸਚਿਵ ਨਿਜ ਲੀਨੇ। ਤੇ ਜਿਹੜਾ ਉਹ ਰਾਖਸ਼ ਸੀ ਤੇ ਉਹਦੇ ਨਾਲ ਜਿਹੜੇ ਵਜ਼ੀਰ ਸੀ ਰਾਜੇ ਦੇਵਲੂਤ ਦੇ ਨਾਲ ਲੈ ਕੇ ਆਇਆ। ਪੈਸੇ ਉਪਾਸ ਤਹਾਰ ਰੋਸ ਪੀਨੇ। ਜਦੋਂ ਮਹਾਰਾਜ ਜੀ ਭੋਜਨ ਛਕ ਰਹੇ ਸੀ, ਉਹ ਵੀ ਕੋਲ ਬੈਠ ਗਏ ਆ ਕੇ। ਅਰਧ ਖਾਏ ਦੀਨੋ ਤਿਨ ਤਾਈ। ਅੱਧਾ ਭੋਜਨ ਛਕ ਕੇ ਮਹਾਰਾਜ ਜੀ ਨੇ ਅੱਧਾ ਭੋਜਨ ਰਾਜੇ ਦੇਵਲੂਤ ਤੇ ਉਹਦੇ ਮੰਤਰੀ ਨੂੰ ਦਿੱਤਾ, ਸੀਤ ਪ੍ਰਸ਼ਾਦ ਆਪਣਾ। ਆਇ ਸਮਾਨ ਲੀਨ ਮੁਖ ਪਾਈ। ਸਤਿਗੁਰਾਂ ਦੀ ਆਗਿਆ ਮੰਨ ਕੇ ਇਹਨਾਂ ਨੇ ਉਹ ਭੋਜਨ ਆਪਣੇ ਮੁਖ ਵਿੱਚ ਪਾਇਆ। ਆਵਤਈ ਖੁੱਲ ਗਏ ਕਪਾਟਾ। ਜਦੋਂ ਇਹਨਾਂ ਨੇ ਭੋਜਨ ਦੀ ਬੁਰਕੀ ਗੁਰਦੇਵ ਦਾ ਸੀਤ ਪ੍ਰਸ਼ਾਦ ਆਪਣੇ ਮੁਖ ਵਿੱਚ ਪਾਇਆ, ਪਾਉਂਦਿਆਂ ਸਾਰੀ ਕਪਾਟ ਖੁੱਲ ਗਏ। ਨਿਰੰਕਾਲ ਭ੍ਰਮ ਪਰਦਾ ਪਾਟਾ। ਲੰਮੇ ਸਮੇਂ ਤੋਂ ਪਿਆ ਅੰਦਰ ਭਰਮ ਦਾ ਜਿਹੜਾ ਪਰਦਾ ਸੀ ਉਹ ਪਾੜ ਗਿਆ, ਕਿਉਂਕਿ ਭਰਮ ਦਾ ਪਰਦਾ ਪਤਾ ਨਹੀਂ ਕਿੰਨੇ ਕੁ ਸਮਿਆਂ ਤੋਂ ਸਾਡੇ ਅੰਦਰ ਪਿਆ ਹੋਇਆ, ਉਹਦੇ ਬਾਰੇ ਕੋਈ ਸਮਾਂ ਨਿਸ਼ਚਿਤ ਨਹੀਂ ਹੈ। ਕਿੰਨੇ ਯੁੱਗ ਬੀਤ ਗਏ ਨੇ ਉਸ ਭਰਮ ਦੇ ਪਰਦੇ ਨੂੰ ਪਿਆ ਹੋਇਆ। ਕਹਿੰਦੇ ਉਹ ਭਰਮ ਦਾ ਪਰਦਾ ਉਸੇ ਵੇਲੇ ਪਾਟ ਗਿਆ। ਮੁਕਤ ਯੋਗ ਹੋਏਗੇ ਤੈਂ ਕਾਲਾ। ਦੋਵੇਂ ਮੁਕਤੀ ਦੇ ਯੋਗ ਅਧਿਕਾਰੀ ਬਣ ਗਏ। ਇੱਕ ਮੰਤਰੀ ਪੁਨ ਦੁਤੀਏ ਪੋਆਲਾ। ਇੱਕ ਮੰਤਰੀ ਤੇ ਦੂਜਾ ਰਾਜਾ ਸੀ ਦੇਵਲੂਤ। ਕੇਤਕ ਦਿਨ ਤੈ ਰਹੇ ਗੁਸਾਈ। ਕੁਝ ਦਿਨ ਗੁਸਾਈ ਸਤਿਗੁਰੂ ਜੀ ਇਹਨਾਂ ਦੇ ਕੋਲ ਇੱਥੇ ਹੀ ਠਹਿਰੇ, ਇੱਥੇ ਹੀ ਰਹੇ। ਗੁਰ ਸਿੱਖੀ ਕੀ ਰੀਤ ਚਲਾਈ। ਇਸ ਨਗਰ ਵਿੱਚ ਸਤਿਗੁਰਾਂ ਨੇ ਗੁਰ ਸਿੱਖੀ ਦੀ ਮਰਿਆਦਾ ਚਲਾਈ। ਸਭ ਰਾਖਸ਼ ਕੋ ਨਾਮ ਜਪਾਇਓ। ਜਿੰਨੇ ਰਾਖਸੀ ਸਾਰਿਆਂ ਨੂੰ ਨਾਮ ਜਪਾਇਆ।
ਸਭ ਨੂੰ ਨਾਮ ਜਪਾਉਣ ਵਿੱਚ ਪਾਤਸ਼ਾਹ ਨੇ ਪ੍ਰਵਿਰਤ ਕੀਤਾ। ਆਮਿਕ ਖਾਨ ਤਿਨੇ ਤਜਵਾਇਓ। ਔਰ ਜਿਹੜਾ ਇਹ ਮਾਸ ਭਖਦੇ ਸੀ, ਮਾਸ ਖਾਣ ਤੋਂ ਇਹਨਾਂ ਨੂੰ ਰੋਕ ਦਿੱਤਾ। ਜੀ ਘਾਤ ਕੀ ਬਾਨ ਬਿਸਾਰੀ। ਜੀ ਘਾਤ ਕਰਨ ਦੀ ਜਿਹੜੀ ਆਦਤ ਸੀ ਇਹਨਾਂ ਦੀ ਮਹਾਰਾਜ ਜੀ ਨੇ ਦੂਰ ਕਰਾ ਦਿੱਤੀ। ਸਤ ਸੰਗਤ ਕਰਈ ਸੁਖ ਬਾਰੀ। ਔਰ ਸਤ ਸੰਗਤ ਦੀ ਸ੍ਰੇਸ਼ਟ ਮਰਿਆਦਾ ਮਹਾਰਾਜ ਜੀ ਨੇ ਚਲਾ ਦਿੱਤੀ। ਪੇ ਤਿਆਰ ਜਬ ਚਲਨੇ ਹੇਤਾ। ਸਤਿਗੁਰੂ ਜੀ ਨੇ ਜਦੋਂ ਇੱਥੋਂ ਚੱਲਣ ਦੀ ਤਿਆਰੀ ਕੀਤੀ, ਪੰਤ ਪਏ ਬੇਦੀ ਕੁਲ ਦੀ ਕੇਤਾ। ਬੇਦੀਆਂ ਦੀ ਕੁਲ ਦੇ ਕੇਤੂ ਸਤਿਗੁਰੂ ਜੀ ਬੋਲੇ। ਸੁਦਰ ਸੈਨ ਜੋ ਭੂਪ ਮਾਨਾ। ਮਹਾਰਾਜ ਜੀ ਕਹਿੰਦੇ ਆ, ਰਾਜਾ ਦੇਵਲੂਤ ਤੇਰੇ ਟਾਪੂ ਦੇ ਨੇੜੇ ਇੱਕ ਰਾਜਾ ਸੁਦਰਸੈਨ ਹੈ, ਜਿਹਨੇ ਪਹਿਲਾਂ ਸਾਡੀ ਸਿੱਖੀ ਗ੍ਰਹਿਣ ਕੀਤੀ ਹੈ। ਜੋ ਰਾਜਾ ਸੁਦਰਸੈਨ ਹੈ, ਦੇਵਲੂਤ ਮਾਨੋ ਤੈ ਆਨਾ। ਉਹ ਹੁਣ ਤੇਰਾ ਗੁਰ ਭਾਈ ਹੋ ਗਿਆ, ਉਹਦੇ ਨਾਲ ਵੈਰ ਵਿਰੋਧ ਨਾ ਰੱਖੀ, ਉਹਦੇ ਅਧੀਨ ਹੋ ਕੇ ਚੱਲੀ। ਇਹ ਰਾਜੇ ਮਦਰਬੈਨ ਨੂੰ ਵੀ ਕਹਿ ਕੇ ਆਏ ਨੇ। ਬਾਦਸ਼ਾਹ ਸੰਕੇਤ ਦਿੰਦੇ ਆ ਵੀ ਤੁਹਾਡੇ ਰਾਜ ਵੱਖੋ ਵੱਖਰੇ ਐ, ਹੱਦਾਂ ਤੁਹਾਡੀਆਂ ਰਲਦੀਆਂ ਨੇ, ਕਿਤੇ ਹੁਣ ਤੁਸੀਂ ਸਿੱਖ ਹੋ ਗਏ ਹੋ, ਗੁਰ ਭਾਈ ਹੋ ਗਏ ਹੋ, ਆਪਸ ਵਿੱਚ ਨਾ ਲੜੀ ਜਾਇਓ, ਮਿਲ ਕੇ ਰਹੋ। ਪਾਤਸ਼ਾਹ ਏਕਤਾ ਵਿੱਚ ਰਹਿਣ ਦਾ ਸੰਕੇਤ ਦਾ ਉਪਦੇਸ਼ ਦਿੰਦੇ ਆ। ਕਹਿੰਦੇ ਰਾਜਾ ਦੇਵਲੂਤ ਰਾਜੇ ਸੁਦਰਸੈਨ ਦੀ ਆਗਿਆ ਵਿੱਚ ਰਹਿਣਾ ਹੈ। ਹਿੰਸਾ ਨਹੀਂ ਜੀਵ ਕੀ ਕੀਜੈ। ਅੱਜ ਤੋਂ ਬਾਅਦ ਕਿਸੇ ਜੀਵ ਦਾ ਘਾਤ ਨਹੀਂ ਕਰਨਾ ਤੈਂ। ਸਤਿਗੁਰ ਜਾਪ ਜਪੋ ਦੁਖ ਛੀਜੈ। ਔਰ ਸਤਿਗੁਰਾਂ ਦਾ ਜਾਪ ਜਪਣਾ, ਤੇਰੇ ਦੁੱਖ ਦੂਰ ਹੋਣਗੇ। ਦੋਹਰਾ ਦੇਵਲੂਤ ਬੋਲਿਓ ਤਬੇ ਮੁਝ ਤੇ ਉੱਤਮ ਧੂਰ। ਰਾਜਾ ਦੇਵਲੂਤ ਸਦਬੁੱਧੀ ਨੂੰ ਧਾਰਨ ਕਰ ਚੁੱਕਾ ਹੈ। ਹੱਥ ਜੋੜ ਕੇ ਕਹਿੰਦਾ, ਮਹਾਰਾਜ ਮੇਰੇ ਤੋਂ ਉੱਤਮ ਤਾਂ ਆ ਧਰਤੀ ਹੈ, ਇਹਦੀ ਧੂੜ ਵੀ ਮੇਰੇ ਤੋਂ ਉੱਤਮ, ਇਹਦਾ ਕਿਣਕਾ ਵੀ ਮੇਰੇ ਤੋਂ ਉੱਤਮ ਹੈ। ਸ਼ਕਤ ਨਹੀਂ ਤ੍ਰਿਣ ਤੋਰ ਹੋ ਸੁਨੀਏ ਸ਼੍ਰੀ ਜਗ ਮੂਰੇ। ਮਹਾਰਾਜ ਕਿਸੇ ਜੀਵ ਨੂੰ ਮਾਰਨਾ ਤਾਂ ਕਿਤੇ ਰਿਹਾ, ਤੇਰੇ ਵਿੱਚ ਹੁਣ ਇੰਨੀ ਸ਼ਕਤੀ ਵੀ ਨਹੀਂ ਰਹੀ ਕਿ ਮੈਂ ਘਾਹ ਦਾ ਕਿਣਕਾ ਵੀ ਤੋੜ ਸਕਾਂ। ਇਹਨੂੰ ਵਿਨਿਮਰ ਭਾਵ, ਮਹਾਰਾਜ ਹੁਣ ਮੇਰੇ 'ਚ ਕੁਝ ਕਰਨ ਦੀ ਸਮਰੱਥਾ ਨਹੀਂ, ਮੇਰੇ ਤੋਂ ਤਾਂ ਮਿੱਟੀ ਦੇ ਕਣ ਵੀ ਉੱਤਮ ਹਨ। ਜੋ ਪਈ ਰਾਵਰ ਕੀ ਆਇਸ ਤਰ ਸੀਸਾ। ਮਹਾਰਾਜ ਤੁਹਾਡੀ ਆਗਿਆ ਮੈਂ ਆਪਣੇ ਸੀਸ ਤੇ ਧਾਰਨ ਕਰਦਾ ਹਾਂ। ਸੁਦਰ ਸੈਨ ਅਬ ਪਾ ਮਮ ਈਸ਼ਾ। ਮਹਾਰਾਜ ਰਾਜਾ ਸੁਦਰਸੈਨ ਹੁਣ ਮੇਰਾ ਵੱਡਾ ਈਸ਼ ਹੋ ਭਰਾ ਹੋ ਗਿਆ। ਗਮਨੇ ਸਮੇਂ ਰਾਖਸ਼ ਮਿਲ ਸਾਰੇ। ਇਦਾਂ ਜਦੋਂ ਸਤਿਗੁਰੂ ਜੀ ਜਾਣ ਲੱਗੇ ਤੇ ਜਿੰਨੇ ਵੀ ਇਹ ਦੇਵਲੂਤ ਦੇ ਨਾਲ ਰਾਖਸ਼ ਬਿਰਤੀ ਵਾਲੇ ਜਿਹੜੇ ਹੁਣ ਦੇਵਤੇ ਹੋ ਗਏ ਨੇ, ਸਾਰੇ ਹੀ ਦੇਵਤੇ ਹੋ ਗਏ ਨੇ, ਉਹ ਸਾਰੇ ਮਿਲ ਕੇ ਆਏ। ਸ਼੍ਰੀ ਗੁਰ ਕੇ ਪਦ ਕਮਲ ਜੋਹਾਰੇ। ਸਭ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਬੰਦਨਾ ਕੀਤੀ, ਪ੍ਰਣਾਮ ਕੀਤੀ। ਸ਼੍ਰੀ ਨਾਨਕ ਨਾਮੋ। ਸਭ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕੇ ਰਸਨਾ ਤੋਂ ਕਹਿ ਰਹੇ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਇਉਂ ਕਹਿੰਦੇ ਹਨ। ਸਿਮਰਨ ਕਰਨ ਲਗੇ ਅਬਿਰਾਮੋ। ਔਰ ਸਾਹਿਬ ਜੀ ਵੱਲੋਂ ਬਖਸ਼ਿਆ ਅੰਮ੍ਰਿਤ ਨਾਮ, ਉਹਦਾ ਸਿਮਰਨ ਕਰਨ ਲੱਗੇ, ਨਾਮ ਦਾ ਭਜਨ ਕਰਨ ਲੱਗੇ। ਵਿਦਾ ਹੋਏ ਗਮਨੇ ਗੁਣ ਖਾਨੀ। ਗੁਣਾਂ ਦੀ ਖਾਨ ਸਤਿਗੁਰੂ ਜੀ ਵਿਦਾ ਹੋ ਕੇ ਚੱਲ ਪਏ। ਕਿਤੇ ਅਵਨੀ ਕਿਤ ਸਾਗਰ ਪਾਨੀ। ਕਿਤੇ ਧਰਤੀ ਆਉਂਦੀ ਹੈ, ਕਿਤੇ ਸਮੁੰਦਰ ਆਉਂਦਾ ਹੈ। ਚਲੇ ਜਾਏ ਇੱਕ ਸਾਰ ਅਗਾਰੀ। ਇੱਕ ਸਾਰ ਮਹਾਰਾਜ ਜੀ ਚੱਲੀ ਜਾਂਦੇ, ਨਾ ਧਰਤੀ ਰੋਕਦੀ ਹੈ ਸਾਹਿਬ ਨੂੰ, ਨਾ ਸਮੁੰਦਰ ਰੋਕਦਾ ਹੈ। ਸਾਗਰ ਵੀ ਮਹਾਰਾਜ ਜੀ ਨੂੰ ਰਸਤਾ ਦਿੰਦਾ, ਧਰਤੀ ਵੀ ਰਾਹ ਦਿੰਦੀ ਹੈ। ਆਏ ਗਿਓ ਕਾਨਨ ਤਬ ਪਾਰੀ। ਚਲਦਿਆਂ ਚਲਦਿਆਂ ਇੱਕ ਬੜਾ ਗਹਿਬਰ ਘਨਘੋਰ ਜੰਗਲ ਆਇਆ ਹੈ। ਫੂਲ ਫਲਨ ਸੋ ਪੂਰਨ ਰੂਰਾ। ਜੰਗਲ ਦੀ ਖਾਸੀਅਤ ਹੈ ਵੀ ਬੜੇ ਸੋਹਣੇ ਫੁੱਲ ਫਲ ਲੱਗੇ ਹੋਏ ਨੇ। ਕਿਤੀ ਦੂਰ ਲੋ ਦੀਸਤ ਪੂਰਾ। ਦੂਰ ਤੱਕ ਜੰਗਲ ਦਾ ਫੈਲਾਓ ਹੈ। ਗਰੀਬਨ ਬਾਜ ਸਾਹਿਬ ਜੀ ਬੈਠ ਗਏ। ਬੈਠਿਆਂ ਬੈਠਿਆਂ ਮੌਜ ਆਈ। ਕਹਿੰਦੇ ਮਰਦਾਨਿਆਂ ਰਬਾਬ ਛੇੜ ਬਾਣੀ ਆਈ। ਬੈਠਿਆਂ ਕੀਰਤਨ ਕੀਤਾ। ਕੀਰਤਨ ਦੀ ਆਵਾਜ਼ ਜੰਗਲ ਦੇ ਜਾਨਵਰਾਂ ਦੇ ਕੰਨੀ ਵੀ। ਉੱਥੇ ਇੱਕ ਵਣ ਮਾਨਸ ਬਾਂਦਰ, ਜਿਹੜੀ ਬਾਂਦਰ ਦੀ ਕਿਸਮ ਹੁੰਦੀ, ਉਹ ਵਣ ਮਾਨਸ ਬਾਂਦਰ ਇੱਕ ਬੈਠਾ, ਉਹਦੇ ਕੰਨਾਂ 'ਚ ਵੀ ਕੀਰਤਨ ਦੀ ਆਵਾਜ਼ ਪਈ। ਹਿਰਦਾ ਉਹਦਾ ਸ਼ੁੱਧ ਹੋ ਗਿਆ ਕੀਰਤਨ ਦੀ ਕਲਾ। ਮਹਾਰਾਜ ਜਿਵੇਂ ਤੇ ਬਚਨ ਵਿਲਾਸ ਕਰ ਰਹੇ ਨੇ,
ਕਥਾ ਆਪ ਦੀ ਆਗਿਆ ਪ੍ਰਸੰਗਾਂ ਵਿੱਚ ਸੱਚ ਹੋ ਗਈ। ਜੀਵਨਬਾਜ ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤਮਈ ਕਥਾ ਕਥਨ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਧ ਸੰਗਤ